ਕੇਂਦਰ ਵੱਲੋਂ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਖਰੀਦਣ ਦੇ ਫੈਸਲੇ ਦਾ ਵਿਰੋਧ। ਅਕਾਲ ਤਖਤ ਸਾਹਿਬ ਦੇ ਜਥੇਦਾਰ ਬੋਲੇ, ਸਿੱਖ ਧਰਮ 'ਚ ਵਰਜਿਤ ਹੈ ਹੈਲਮਟ, ਕੱਪੜੇ ਦਾ ਟੁਕੜਾ ਨਹੀਂ, ਗੁਰੂਆਂ ਵੱਲੋਂ ਬਖਸ਼ਿਆ ਤਾਜ ਹੈ ਪਗੜੀ। ਹਾਈ ਕੋਰਟ ਨੇ ਪੰਜਾਬ 'ਚ ਟੋਲ ਪਲਾਜ਼ੇ ਸ਼ੁਰੂ ਕਰਨ ਲਈ ਕਿਹਾ। ਮੁੱਖ ਸਕੱਤਰ ਤੇ ਡੀਜੀਪੀ ਨੂੰ ਦਿੱਤੇ ਇੰਤਜ਼ਾਮ ਕਰਨ ਦੇ ਨਿਰਦੇਸ਼। ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ। ਪੰਜਾਬ 'ਚ ਕਈ ਥਾਈਂ ਟੋਲ ਪਲਾਜ਼ਿਆਂ ਤੇ ਧਰਨੇ ਦੇ ਰਹੇ ਨੇ ਕਿਸਾਨ। ਕੱਟੜਵਾਦ ਫੈਲਾਉਣ ਵਾਲੇ ਕੈਦੀ ਅਲੱਗ ਰੱਖੇ ਜਾਣ ਦੇ ਨਿਰਦੇਸ਼। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਲਿਖੀ ਚਿੱਠੀ। ਦੂਜੇ ਕੈਦੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕੈਦੀ ਰੱਖੇ ਜਾਣ ਵੱਖਰੇ। ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਤੇ ਫਾਇਰਿੰਗ ਕਰਨ ਵਾਲੇ ਦੋਵੇਂ ਗੈਂਗਸਟਰ ਕੀਤੇ ਕਾਬੂ। ਗੈਂਗਸਟਰ ਦਿਲਦੀਪ ਤੇ ਸ਼ਿਵਾ ਨੂੰ ਕੀਤਾ ਗ੍ਰਿਫਤਾਰ। 2 ਪਿਸਟਲ ਵੀ ਬਰਾਮਦ। ਸੁਨਾਮ ਦੇ ਪਿੰਡ ਛਾਹੜ 'ਚ ਦਰਦਨਾਕ ਸੜਕ ਹਾਦਸਾ। ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ, ਇੱਕ ਜ਼ਖਮੀ, ਇੱਕ ਨੌਜਵਾਨ, ਇੱਕ ਬੱਚੇ ਤੇ 3 ਔਰਤਾਂ ਦੀ ਹੋਈ ਮੌਤ। ਐਂਬੂਲੈਂਸ 108 ਵਾਲਿਆਂ ਦੀ ਸਿਹਤ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ। ਮੰਗਾਂ ਤੇ ਨਹੀਂ ਬਣੀ ਸਹਿਮਤੀ, ਹੜਤਾਲ ਰਹੇਗੀ ਜਾਰੀ। ਮੁੱਖ ਮੰਤਰੀ ਮਾਨ ਨੇ ਮਨਾਈ ਲੋਹੜੀ। ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤਾ ਲੰਚ। ਡਾਕਟਰ ਗੁਰਪ੍ਰੀਤ ਕੌਰ ਵੀ ਰਹੇ ਮੌਜੂਦ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਪ੍ਰਾਈਮ ਟਾਈਮ 'ਚ ਅੱਜ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਇੱਕ ਐਸੇ ਫੈਸਲੇ ਦੀ ਜਿਸ ਤੇ ਸਿੱਖ ਜਗਤ ਦੇ ਵਿੱਚ ਵਿਰੋਧ ਦੇ ਸੁਰ ਉੱਠਣੇ ਸ਼ੁਰੂ ਹੋ ਗਏ ਨੇ। ਦਰਅਸਲ ਕੇਂਦਰ ਸਰਕਾਰ ਨੇ ਜਿਹੜੇ ਸਿੱਖ ਫੌਜੀ ਨੇ ਉਹਨਾਂ ਦੇ ਲਈ ਹਾਈਟੈਕ ਹੈਲਮਟਸ ਖਰੀਦਣ ਦਾ ਆਰਡਰ ਦਿੱਤਾ ਹੈ ਔਰ ਬਕਾਇਦਾ ਵਿਸ਼ੇਸ਼ ਤੌਰ ਤੇ ਹੈਲਮਟ ਤਿਆਰ ਕਰਨ ਦੇ ਲਈ ਕਿਹਾ ਗਿਆ ਹੈ, ਜਿਨ੍ਹਾਂ ਬਾਰੇ ਪੂਰੀ ਟੈਕਨੋਲੋਜੀ ਜਿਸ ਦੇ ਵਿੱਚ ਫਿੱਟ ਹੋਏਗੀ ਉਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਪਰ ਇਸ ਫੈਸਲੇ ਦਾ ਸਿੱਖ ਜਗਤ ਦੇ ਵਿੱਚ ਵਿਰੋਧ ਹੋ ਗਿਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵਿਰੋਧ ਕੀਤਾ ਹੈ। ਕਈ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਕਿ ਸਿੱਖ ਧਰਮ ਦੇ ਵਿੱਚ ਜਾਂ ਸਿੱਖੀ ਦੇ ਵਿੱਚ ਹੈਲਮਟ ਪਾਉਣਾ ਵਰਜਿਤ ਹੈ। ਪਹਿਲਾਂ ਸਿੱਖ ਸੰਸਥਾਵਾਂ ਦਾ ਕੀ ਕਹਿਣਾ ਹੈ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਫੈਸਲੇ ਤੇ ਕੀ ਕਹਿ ਰਹੇ ਨੇ, ਤੁਹਾਨੂੰ ਇੱਕ ਰਿਪੋਰਟ ਦਿਖਾਉਂਦੇ ਹਾਂ। ਉਸ ਤੋਂ ਬਾਅਦ ਮਹਿਮਾਨ ਸਾਡੇ ਨਾਲ ਜੁੜਨਗੇ ਔਰ ਚਰਚਾ ਇਸ ਪੂਰੇ ਮੁੱਦੇ ਤੇ ਅਸੀਂ ਕਰਾਂਗੇ। इनकी पगड़ी की शान को 4 चांद लगाएंगे, इस वीर को वीर हेलमेट पहनाएंगे। कानपुर स्थित रक्षा संबंधी साजो सामान बनाने वाली कंपनी MKU ने 12 मार्च 2022 ਨੂੰ ਕਾਵਰੋ SCH 111T ਮਾਡਲ ਹੈਲਮਟ ਵੀਰ ਹੈਲਮਟ ਦੇ ਨਾਂ ਦੇ ਨਾਲ ਤਿਆਰ ਕਰਕੇ ਪੇਸ਼ ਕੀਤਾ ਸੀ। ਇਸ ਹੈਲਮਟ ਨੂੰ ਖਾਸ ਕਰਕੇ ਸਿੱਖ ਫੌਜੀਆਂ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ ਅਤੇ ਕੰਪਨੀ ਨੇ ਬਕਾਇਦਾ ਇਸ ਸੰਬੰਧੀ ਵੀਡੀਓ ਵੀ ਤਿਆਰ ਕੀਤਾ ਅਤੇ ਦੱਸਿਆ ਕਿ ਕਿਵੇਂ ਸਿੱਖ ਫੌਜੀ ਇਸ ਹੈਲਮਟ ਨੂੰ ਪਟਕੇ ਦੇ ਉੱਤੇ ਹੀ ਇਸਤੇਮਾਲ ਕਰ ਸਕਦੇ ਨੇ। इन्हें हर विपदा से बचाएंगे, इनकी पगड़ी की शान को 4 चांद लगाएंगे, इस वीर को वीर हेलमेट पहनाएंगे। ਉਸ ਵੇਲੇ ਨਾ ਤਾਂ ਇਸ ਹੈਲਮਟ ਦੇ ਬਾਰੇ ਕੋਈ ਚਰਚਾ ਹੋਈ ਸੀ ਤੇ ਨਾ ਹੀ ਕੋਈ ਸਵਾਲ ਖੜੇ ਹੋਏ, ਪਰ ਜਿਵੇਂ ਹੀ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਕੇਂਦਰ ਸਰਕਾਰ ਨੇ ਭਾਰਤੀ ਫੌਜ ਦੇ ਸਿੱਖ ਫੌਜੀਆਂ ਲਈ 12730 ਬੈਲਿਸਟਿਕ ਹੈਲਮਟ ਖਰੀਦਣ ਦਾ ਐਲਾਨ ਕੀਤਾ ਤਾਂ ਵਿਰੋਧ ਸ਼ੁਰੂ ਹੋ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਸਿੱਖ ਮਰਿਆਦਾ ਦੇ ਖਿਲਾਫ ਦੱਸਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਤੇ ਸਵਾਲ ਖੜੇ ਕੀਤੇ। ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਸਾਨੂੰ ਤਾਜ ਹੈ ਔਰ ਸਾਡੀ ਪਹਿਚਾਣ ਦਾ ਪ੍ਰਤੀਕ ਹੈ ਤੇ ਸਾਡੀ ਪਹਿਚਾਣ ਦੇ ਪ੍ਰਤੀਕ ਦਸਤਾਰ ਦੇ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ ਇਹ ਸਾਡੀ ਪਹਿਚਾਣ ਨੂੰ ਖਤਮ ਕਰਨ ਦੇ ਯਤਨ ਵਜੋਂ ਹੀ ਵੇਖਿਆ ਜਾਏਗਾ ਔਰ ਨਾ ਹੀ ਪੰਥ ਇਸ ਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਕਰੇਗਾ। ਬਿਲਕੁਲ ਗਲਤ ਹੈ। ਜਿਹੜਾ ਸਿੱਖ ਕੌਮ ਨੇ ਕਿ ਹਰ ਵਾਰ ਜਦੋਂ ਵੀ ਕੋਸ਼ਿਸ਼ ਹੋਈ ਪ੍ਰੋਟੈਸਟ ਕੀਤਾ, ਅਸੀਂ ਕਿਤੇ ਬਰਦਾਸ਼ਤ ਨਹੀਂ ਕਰਾਂਗੇ ਜੇ ਹੈਲਮਟ ਦਾ ਰੂਲ ਲਿਆਂਦਾ ਗਿਆ। ਅੱਜ ਮੈਂ ਸਟਰੋਂਗਲੀ ਕੰਡੈਮ ਕਰਦਾ ਤੇ ਮੈਂ ਬੇਨਤੀ ਕਰਦਾ ਇਹ ਜਿਹਾ ਕੋਈ ਨਵਾਂ ਰੂਲ ਨਾ ਬਣਾਉਣ। ਉਧਰ ਪੰਜਾਬ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਇਸ ਫੈਸਲੇ ਤੇ ਇਤਰਾਜ਼ ਜ਼ਾਹਿਰ ਕਰਦਿਆਂ ਕੇਂਦਰ ਸਰਕਾਰ ਤੋਂ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ, ਜਦਕਿ ਰੱਖਿਆ ਮਾਹਿਰ ਅਤੇ ਫੌਜ ਅਧਿਕਾਰੀ ਰਹੇ ਬ੍ਰਿਗੇਡੀਅਰ KS ਕਾਲੋ ਨੇ ਇਸ ਤਰੀਕੇ ਇੱਕੋਦਮ ਫੈਸਲੇ ਲਏ ਜਾਣ ਤੇ ਸਵਾਲ ਖੜੇ ਕੀਤੇ। ਵਰਲਡ ਵਾਰ ਦੇ ਅੰਦਰ ਵੀ
ਨਹੀਂ ਹੋਇਆ। ਬਾਕੀ ਜਿੰਨੀਆਂ ਵੀ ਇੰਟਰਨੈਸ਼ਨਲੀ ਸਟੇਟਸ ਨੇ, ਕੰਟਰੀਜ਼ ਨੇ, ਉਹਨਾਂ ਦੇ ਵਿੱਚ ਵੀ ਸਿੱਖ ਜਿਹੜੇ ਆ ਪਗੜੀਧਾਰੀ ਨੇ, ਔਰ ਪਗੜੀ ਸਿੱਖ ਦੀ ਸ਼ਾਨ ਆ, ਔਰ ਭਾਰਤ ਸਰਕਾਰ ਇਸ ਦਾ ਸਤਿਕਾਰ ਤੇ ਸਨਮਾਨ ਕਰੇਗੀ। ਔਰ ਭਾਰਤੀ ਜਨਤਾ ਪਾਰਟੀ ਵੀ ਇਹ ਚਾਹੁੰਦੀ ਹੈ ਕਿ ਇਸ ਤਰ੍ਹਾਂ ਸਿੱਖਾਂ ਦਾ ਸਤਿਕਾਰ ਤੇ ਸਨਮਾਨ होवे। ये पता नहीं कैसे जल्दबाजी फैसला करते हैं। इसमें बहुत सारी चीजें इन्वॉल्व हैं। इसमें ड्रेस रेगुलेशन वो एकदम बदली नहीं हो जाते। ये उधर दिल्ली उधर बैठ के फैसला कर लेना ये बिल्कुल जायज नहीं है। मैं इसके अंदर बहुत सारी सोचता हूँ कैसे इम्प्रूवमेंट हो सकती है। एक ये बात बताना चाहता हूँ, जंग के मैदान के अंदर, लड़ाई के अंदर सिख अफसर या सिख कोई भी सिख पलटन कमांड करता है, पगड़ी के ऊपर वो जाला होता है, कैमोफ्लेज नेट होता है, उसको क्यों नहीं स्टांप बनाया जा सकता। ये फैसले एक के बाद कभी अग्निवीर कर दो, कभी मिक्स कर दो पलटने, ये इरादे नेक नहीं है। मैं बोलता हूँ ਹਾਲਾਂਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਕੁਝ ਸਿੱਖ ਬੁੱਧੀਜੀਵੀ ਇਤਫਾਕ ਵੀ ਰੱਖਦੇ ਨੇ। ਉਹਨਾਂ ਦਾ ਤਰਕ ਹੈ ਕਿ ਇਹ ਹੈਲਮਟ ਪਾਉਣ ਦੇ ਲਈ ਸਿੱਖਾਂ ਨੂੰ ਦਸਤਾਰ ਲਾਉਣ ਦੇ ਲਈ ਕੋਈ ਆਦੇਸ਼ ਨਹੀਂ ਦਿੱਤਾ ਗਿਆ ਅਤੇ ਮਰਿਆਦਾ ਦੇ ਵਿੱਚ ਵੀ ਕੇਸ ਰੱਖਣ ਦੀ ਗੱਲ ਕਹੀ ਗਈ ਹੈ। ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਅਸੀਂ ਕੇਸਾਂ ਦੀ ਬੇਅਦਬੀ ਨਹੀਂ ਕਰ ਰਹੇ, ਅਸੀਂ ਦਸਤਾਰ ਦੀ ਬੇਅਦਬੀ ਨਹੀਂ ਕਰ ਰਹੇ। ਅਸੀਂ ਦਸਤਾਰ ਤੇ ਕੇਸਾਂ ਤੇ ਸਿਰ ਨੂੰ ਬਚਾਉਣ ਦੀ ਇੱਕ ਜਿਹੜੀ ਆ ਪ੍ਰਕਿਰਿਆ ਹੈ ਲਾਗੂ ਕੀਤੀ ਹੈ। ਇਸ ਦੇ ਉੱਤੇ ਮੈਂ ਸਮਝਦਾ ਜਥੇਦਾਰ ਸਾਹਿਬ ਨੂੰ ਜਾਂ ਜਿਹੜੇ ਸਾਰਾ ਪੰਥ ਆ ਉਸ ਨੂੰ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਫੈਸਲੇ ਤੇ ਸਵਾਲ ਤਾਂ ਚੁੱਕੇ ਜਾ ਰਹੇ ਨੇ, ਪਰ ਦਿਨੇ ਦਿਨ ਜੰਗ ਦੇ ਮੈਦਾਨ ਵਿੱਚ ਜਿਸ ਤਰੀਕੇ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜਿਸ ਤਰੀਕੇ ਡਿਫੈਂਸ ਸੰਬੰਧੀ ਤਕਨੀਕਾਂ ਵਿਕਸਿਤ ਕੀਤੀਆਂ ਜਾ ਰਹੀਆਂ ਨੇ, ਅਜਿਹੇ ਵਿੱਚ ਇਸ ਫੈਸਲੇ ਤੇ ਕਿੰਤੂ ਕਿਵੇਂ ਸਮਝੇ ਜਾਣਗੇ, ਸਵਾਲ ਬਰਕਰਾਰ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਮੁਕਤਸਰ ਤੋਂ ਅਸ਼ਫਾਕ ਢੁੱਡੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਮਾਮਲਾ ਸੁਰੱਖਿਆ ਵਰਸਸ ਪਛਾੜ ਦਾ ਬਣ ਗਿਆ ਹੈ, ਕਿਉਂਕਿ ਇੱਕ ਪਾਸੇ ਸਵਾਲ ਲਾਗੂ ਕਿਉਂ ਨਾ ਕੀਤਾ ਜਾਵੇ ਇਸ ਤੇ ਵੀ ਚੱਕੇ ਜਾ ਰਹੇ ਨੇ, ਔਰ ਲਾਗੂ ਕੀਤਾ ਜਾਵੇ ਇਸ ਤੇ ਵੀ ਚੱਕੇ ਜਾ ਰਹੇ ਨੇ। ਸੋ ਕਈ ਸਾਰੇ ਸਵਾਲ ਨੇ ਕਿ ਸਿੱਖ ਫੌਜੀਆਂ ਲਈ ਹੈਲਮਟ ਤੇ ਇਹ ਵਿਵਾਦ ਆਖਿਰ ਭਖਿਆ ਕਿਉਂ? ਕੀ ਹੈਲਮਟ ਨਾਲ ਵਾਕਿਆ ਹੀ ਸਿੱਖਾਂ ਦੀ ਵੱਖਰੀ ਪਛਾਣ ਮਿਟ ਜਾਏਗੀ? ਕੀ ਕੇਂਦਰ ਨੂੰ ਫੈਸਲੇ ਤੋਂ ਪਹਿਲਾਂ ਸਿੱਖ ਸੰਸਥਾਵਾਂ ਦੇ ਨਾਲ ਚਰਚਾ ਨਹੀਂ ਕਰਨੀ ਚਾਹੀਦੀ ਸੀ? ਕੀ ਹੈਲਮਟ ਨੂੰ ਲੈ ਕੇ ਸਿੱਖ ਫੌਜੀਆਂ ਦਾ ਜਥੇਦਾਰ ਸਾਹਿਬ ਤੋਂ ਵੱਖਰਾ ਵਿਚਾਰ ਹੈ ਕੋਈ? ਸੁਰੱਖਿਆ ਮਸਲੇ ਤੇ ਉੱਠੇ ਵਿਵਾਦ ਦੇ ਮਾਇਨੇ ਕੀ ਨੇ? ਇੱਕ ਸਵਾਲ ਇਹ ਵੀ ਹੈ ਕਿ ਕ੍ਰਿਕਟਰ ਜਿਹੜੇ ਨੇ, ਸਿੱਖ ਕ੍ਰਿਕਟਰ ਨੇ ਜਿਹੜੇ ਕ੍ਰਿਕਟ ਖੇਡਦੇ ਨੇ, ਉਹ ਵੀ ਹੈਲਮਟ ਪਾਉਂਦੇ ਨੇ, ਤਾਂ ਫਿਰ ਫੌਜੀਆਂ ਦੇ ਹੈਲਮਟ ਤੇ ਸਵਾਲ ਕਿਉਂ ਹੋ ਰਿਹਾ? ਵਿਰੋਧ ਤੋਂ ਬਾਅਦ ਕੀ ਕੇਂਦਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇਗਾ? ਸੋ ਕਈ ਸਾਰੇ ਸਵਾਲ ਨੇ। ਇਸ ਨੋਟ ਤੋਂ ਅਸੀਂ ਇਸ ਗੱਲਬਾਤ ਨੂੰ ਸ਼ੁਰੂ ਕਰਾਂਗੇ ਔਰ ਅੱਗੇ ਵਧਾਵਾਂਗੇ। ਮਹਿਮਾਨ ਸਾਡੇ ਨਾਲ ਜੁੜੇ ਨੇ, ਹਰਜੀਤ ਗਰੇਵਾਲ ਸਾਹਿਬ ਬੀਜੇਪੀ ਤੋਂ ਜੁੜੇ ਹੋਏ ਨੇ, ਗੁਰਚਰਨ ਗਰੇਵਾਲ ਸਾਹਿਬ ਐਸਜੀਪੀਸੀ ਦੇ ਜਨਰਲ ਸਕੱਤਰ ਨੇ, ਉਹ ਸਾਡੇ ਨਾਲ ਜੁੜੇ ਹੋਏ ਨੇ, ਔਰ ਸਾਡੇ ਨਾਲ ਸਿੱਖ ਬੁੱਧੀਜੀਵੀ ਗੁਰਦਰਸ਼ਨ ਢਿੱਲੋਂ ਜੀ ਜੁੜੇ ਹੋਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਮਹਿਮਾਨਾਂ ਦਾ। ਪਹਿਲਾਂ ਗੁਰਚਰਨ ਗਰੇਵਾਲ ਸਾਹਿਬ, ਮੈਂ ਤੁਹਾਡੇ ਤੋਂ ਰਿਐਕਸ਼ਨ ਜਾਨਣਾ ਚਾਹੂੰਗਾ। ਜਥੇਦਾਰ ਸਾਹਿਬ ਨੇ ਇਤਰਾਜ਼ ਕੀਤਾ ਹੈ, ਐਸਜੀਪੀਸੀ ਨੇ ਵੀ ਚਿੱਠੀ ਲਿਖੀ ਹੈ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਸਰਕਾਰ ਨੇ ਇੱਕ ਸਪੈਸ਼ਲ ਹੈਲਮਟ ਜਿਹੜੇ ਨੇ ਉਹ ਆਰਡਰ ਕੀਤੇ ਨੇ ਸਿੱਖਾਂ ਦੇ ਲਈ, ਜਿਹੜੇ ਸਿੱਖ ਫੌਜੀ ਨੇ। ਹਾਲਾਂਕਿ ਇੱਕ ਪਹਿਲਾਂ ਕੰਪਲੀਟ ਆਰਡਰ ਕੀਤਾ ਗਿਆ ਸੀ, ਪਰ ਉਹ ਜਿਹੜੇ ਹੈਲਮਟ ਨੇ ਉਹ ਸਿੱਖ ਫੌਜੀਆਂ ਨੂੰ ਫਿੱਟ ਨਹੀਂ ਬੈਠਦੇ। ਇਸ ਕਰਕੇ ਇੱਕ ਵੱਖਰੇ ਤੌਰ ਤੇ ਜਿਹੜੇ ਟੈਕਨੋਲੋਜੀ ਨਾਲ ਫੁੱਲ ਹੈਲਮਟਸ ਨੇ ਔਰ ਜਿਹੜੇ ਬੁਲਟ ਤੋਂ ਵੀ ਰਾਖੀ ਕਰਦੇ ਨੇ, ਬੁਲਟ ਪ੍ਰੂਫ ਨੇ, ਉਹਨਾਂ ਹੈਲਮਟਸ ਦਾ ਬਕਾਇਦਾ ਤੌਰ ਤੇ ਆਰਡਰ ਦਿੱਤਾ ਗਿਆ। ਉਸ ਨੂੰ ਪੂਰੇ ਤਰੀਕੇ ਨਾਲ ਸਿਕਿਉਰਿਟੀ ਦੇ ਪਰਪਸ ਨਾਲ ਪ੍ਰਮੋਟ ਵੀ ਕੀਤਾ ਗਿਆ। ਸੋ ਹੁਣ ਕੀ ਇਤਰਾਜ਼ ਉਠਾਇਆ ਜਾ ਰਿਹਾ? ਕਿਉਂ ਐਸਜੀਪੀਸੀ ਜਾਂ ਜਥੇਦਾਰ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਨਹੀਂ ਜੀ ਇਹ ਹੈਲਮਟ ਨਹੀਂ ਪਾਉਣੇ ਚਾਹੀਦੇ? ਦੇਖੋ ਬਰਾੜ ਸਾਹਿਬ, ਮੈਂ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਇਹ ਮਸਲਾ ਕੋਈ ਰਾਜਨੀਤਿਕ ਬਿਆਨਬਾਜ਼ੀ ਨਹੀਂ ਹੈ ਤੇ ਨਾ ਹੀ ਰਾਜਨੀਤੀ ਨਾਲ ਸੰਬੰਧਿਤ ਹੈ। ਇਹ ਸਿੱਖਾਂ ਦੀ ਮਾਣ ਤੇ ਮਰਜ਼ਾਦਾ ਨਾਲ ਜੁੜਿਆ ਮਸਲਾ, ਜਿਹਦੇ ਲਈ ਜਥੇਦਾਰ ਸਾਹਿਬ ਦਾ ਕਹਿਣਾ ਆਪਣੇ ਆਪ ਦੇ ਵਿੱਚ ਬਣਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਗੱਲ ਕਰਦੀ ਆ। ਜਿਹੜਾ ਹੈਲਮਟ ਹੈ ਉਹ ਕੋਈ ਪਾ ਰਿਹਾ ਨਹੀਂ ਪਾ ਰਿਹਾ ਇਹ ਇੱਕ ਵੱਖਰੀ ਗੱਲ ਹੈ, ਪਰ ਇਹ ਕਾਨੂੰਨ ਬਣੇ ਇਸ ਦੇਸ਼ ਦੇ ਅੰਦਰ, ਇਸ ਗੱਲ ਤੇ ਬਹੁਤ ਵੱਡਾ ਇਤਰਾਜ਼ ਹੈ। ਹੁਣ ਜਿਹੜੇ ਅਣਜਾਣਪੁਣੇ ਵਿੱਚ ਇਹ ਪਾ ਰਹੇ ਨੇ, ਕਿਉਂਕਿ ਹੈਲਮਟ ਇੱਕ ਟੋਪੀ ਆ ਜਿਹੜੀ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਮਾਣ ਦਿੱਤਾ, ਜਿਹਨੂੰ ਅਸੀਂ ਤਾਜ ਕਹਿੰਦੇ ਆ, ਉਹ ਹੈਗੀ ਆ ਦਸਤਾਰ, ਤੇ ਅਸੀਂ ਟੋਪੀ ਨਹੀਂ ਪਾ ਸਕਦੇ। ਤੁਸੀਂ ਇਸ ਗੱਲ ਨੂੰ ਜਾਣਦੇ ਹੋਵੋਗੇ ਕਿ ਸਿੱਖ ਮਰਜ਼ਾਦਾ ਦੇ ਅੰਦਰ ਤਾਂ ਇਹ ਵੀ ਗੱਲ ਹੈ ਕਿ ਪੱਗ ਨੂੰ ਏਦਾਂ ਲਾਹ ਕੇ ਰੱਖ ਕੇ ਦੁਬਾਰਾ ਵੀ ਉਹਦਾ ਰੱਖਣਾ ਵੀ
ਜਿਹੜਾ ਕਿ ਉਹ ਮਰਜ਼ਾਦਾ ਵਿੱਚ ਨਹੀਂ ਆਉਂਦਾ। ਦੇਖੋ ਇਹ ਗੱਲ ਹੈਗੀ ਆ ਸਿੱਖੀ ਮਾਣ ਤੇ ਮਰਜ਼ਾਦਾ ਦੀ, ਰਹਿਤ ਤੇ ਬੈਤ ਦੀ, ਕਿਉਂਕਿ ਜਿਹੜਾ ਸਿੱਖ ਹੈ ਉਹ ਸਿੱਖ ਜਿਹੜਾ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਕੋਈ ਮੇਰੇ ਵਰਗੇ ਜਿਹੜੇ ਲੋਕ ਆ ਭੁਲੱਕੜ ਭਾਵੇਂ ਉਸ ਗੁਰੂ ਦੇ ਉਸ ਫੈਸਲੇ ਤੇ ਪੂਰਨ ਤੌਰ ਤੇ ਪ੍ਰਵਾਨ ਨਾ ਚੜੇ ਹੁਣ ਅਰਦਾਸ ਕਰਦੇ ਆ, ਪਰ ਗੁਰੂ ਨੇ ਸਾਨੂੰ ਇਹ ਗੱਲ ਕਹੀ ਆ, ਬਾਣੀ ਵਿੱਚ ਆਉਂਦਾ ਸਾਬਤ ਸੂਰਤ ਦਸਤਾਰ ਸਿਰਾ। ਗੁਰੂ ਸਾਹਿਬ ਨੇ ਕਿਹਾ ਕਿ ਸਾਬਤ ਸੂਰਤ ਤਾਂ ਬਣਦੀ ਹੈ ਜੇ ਸਿਰ ਤੇ ਦਸਤਾਰ ਹੈ, ਠੀਕ ਹੈ ਨਾ। ਭਾਈ ਸਾਹਿਬ ਭਾਈ ਦੇਸਾ ਸਿੰਘ ਦਾ ਰਹਿਤਨਾਮੇ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਊਗੀ, ਗੁਰੂ ਸਾਹਿਬ ਦੇ ਸਮਕਾਲੀ ਸਨ। ਉਹਨਾਂ ਨੇ ਕਿਹਾ ਕਿ ਸਿੱਖ ਹੋਏ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ। ਇਹ ਹੈਗੀ ਆ ਜਿਹੜੀ ਮਰਜ਼ਾਦਾ ਦੀ ਗੱਲ। ਹੁਣ ਜਿਹੜੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਕਿ ਸਿੱਖ ਆ ਜਿਹੜਾ, ਸਿੱਖ ਕੀ ਆ? ਸਿੱਖ ਆਪਣੇ ਆਪ ਦੇ ਵਿੱਚ ਇੱਕ ਸਪਿਰਿਟ ਹੈ। ਸਿੱਖਾਂ ਨੇ 100 ਦੇ ਵਿੱਚੋਂ 90 ਸਿਰ ਦੇਣ ਵਾਲੇ ਸਿੱਖ ਕਿਉਂ ਸਨ? ਚੀਨ ਦੇ ਬਾਰਡਰ ਤੇ ਕੱਛਾਂ 'ਚ ਚੀਨੀਆਂ ਨੂੰ ਇਸ ਤਰ੍ਹਾਂ ਭਜਾਉਣ ਵਾਲੇ ਇਹ ਸਿੱਖ ਕਿਉਂ ਸਨ? ਬਾਰਡਰਾਂ ਦੇ ਉੱਤੇ ਗੋਲੇ ਬੰਨ੍ਹ ਕੇ ਇਹ ਸਿੱਖ ਕਿਉਂ ਸਨ? ਜਿਹੜੀਆਂ ਜੇਲ੍ਹਾਂ ਕਾਲੇ ਪਾਣੀ ਦੀਆਂ ਕੱਟੀਆਂ ਸਿੱਖ ਵੱਧ ਗਿਣਤੀ 'ਚ ਕਿਉਂ ਸਨ? ਸਿੱਖ ਇੱਕ ਜਜ਼ਬਾ ਹੈ। ਉਹ ਜਜ਼ਬਾ ਕਿੱਥੋਂ ਪ੍ਰਾਪਤ ਹੁੰਦਾ? ਜਜ਼ਬਾ ਨੂੰ ਧਰਮ ਤੋਂ ਪ੍ਰਾਪਤ ਹੁੰਦਾ। ਧਰਮ ਕਹਿੰਦਾ ਵੀ ਉਹ ਜਾਬਤੇ ਵਿੱਚ ਰਵੇ, ਧਰਮ ਕਹਿੰਦਾ ਰਹਿਤ ਵਿੱਚ ਰਵੇ ਤੇ ਮਰਜ਼ਾਦਾ ਵਿੱਚ ਰਹਿਣਾ। ਉਹ ਆਪਣੇ ਆਪ 'ਚ ਇੱਕ ਧਰਮ ਹੈ। ਜਦੋਂ ਇੱਕ ਸਿੱਖ ਜਿਹੜਾ ਜਦੋਂ ਆਪਣੀ ਸਹੁੰ ਚੁੱਕਦਾ ਹੈ, ਫੌਜੀ ਜਿਹੜਾ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨਤਮਸਤਕ ਹੋ ਸਹੁੰ ਚੁੱਕਦਾ ਕਿ ਮੈਂ ਆਪਣੀ ਸਹੀ ਡਿਊਟੀ ਕਰਾਂਗਾ, ਤੇ ਗੁਰੂ ਨੇ ਉਹਨੂੰ ਇਸ ਗੱਲ ਦੀ ਮਦਦ ਦਿੱਤੀ ਹੈ। ਇੱਕ ਗੱਲ। ਦੂਜੀ ਗੱਲ ਮੈਂ ਤੁਹਾਨੂੰ ਪੁਰਾਣੇ ਇਤਿਹਾਸ ਦੀ ਦੱਸ ਦਿੰਦਾ ਕਿ ਜਦੋਂ ਆਪਾਂ ਗੱਲ ਯਾਦ ਕਰਦੇ ਹਾਂ ਜਿਹੜੀ ਪਹਿਲੀ ਜਿਹੜੀ ਵਰਲਡ ਵਾਰ ਦੀ 1916 ਦੀ, ਮੇਰੇ ਇਲਾਕੇ ਦੇ ਨੇ, ਮੈਂ ਜਗਰਾਉਂ ਦਾ ਰਹਿਣ ਵਾਲਾ, ਮੇਰੇ ਇਲਾਕੇ ਦੇ ਸਿੱਧਵਾਂ ਬੇਟ ਦੇ ਨੇ ਨਿਰੰਜਨ ਸਿੰਘ, ਜਿਹੜੇ ਕਿ ਉਸ ਸਮੇਂ ਹੌਲਦਾਰ ਸੀ। ਉਹਨਾਂ ਨੂੰ ਮੁਰੱਬੇ ਦਿੱਤੇ ਗਏ ਸੀ, ਪਰ ਜਦੋਂ ਹੈਲਮਟ ਦੀ ਗੱਲ ਆਈ ਉਹਨਾਂ ਨੇ ਮੁਰੱਬੇ ਵੀ ਛੱਡੇ, ਉਹਨਾਂ ਨੇ ਨੌਕਰੀ ਵੀ ਛੱਡੀ, ਉਹਨਾਂ ਨੂੰ ਕੋਰਟ ਮਾਰਸ਼ਲ ਕੀਤਾ ਗਿਆ ਤੇ ਸਿੱਖ ਫੌਜੀਆਂ ਨੇ ਇਸ ਦਾ ਵਿਰੋਧ ਕੀਤਾ। ਉਦੋਂ ਵੀ ਇਹੀ ਗੱਲ ਚੱਕੀ ਗਈ ਸੀ ਕਿ ਸਿੱਖਾਂ ਦੀ ਜਾਨ ਨੂੰ ਖਤਰਾ ਸੀ। ਇੱਕ ਤੁਹਾਡੀ ਜਾਣਕਾਰੀ ਦੇ ਦਿਆਂ, ਪਹਿਲੀ ਵਰਲਡ ਵਾਰ ਤੇ ਦੂਜੀ ਵਰਲਡ ਵਾਰ ਦੇ ਵਿੱਚ ਕਿਸੇ ਵੀ ਸਿੱਖ ਦੇ ਸਿਰ ਤੇ ਗੋਲੀ ਨਹੀਂ ਵੱਜੀ। ਸਿੱਖਾਂ ਨੇ ਲਿਖਤੀ ਦੇ ਦਿੱਤਾ ਸੀ ਕਿ ਇਸ ਜੰਗ ਦੇ ਅੰਦਰ ਜੇ ਸਾਡੇ ਤੇ ਗੋਲੀ ਵੱਜੇਗੀ ਅਸੀਂ ਮੁਆਵਜ਼ਾ ਨਹੀਂ ਮੰਗਾਂਗੇ। ਇਹ ਸਾਡਾ ਪੁਰਾਣਾ ਜਿਵੇਂ ਕਹਿੰਦੇ ਨੇ ਇਤਿਹਾਸ ਆ ਦਸਤਾਰ ਦੇ ਸੰਬੰਧ ਵਿੱਚ। ਸੋ ਜਦੋਂ ਇਹ ਗੱਲ ਆਉਂਦੀ ਆ, ਮੈਂ ਇੱਕ ਛੋਟੀ ਜਿਹੀ ਜਾਣਕਾਰੀ ਦੇ ਦਿਆਂ ਕਿ 500 ਸਾਲ ਹੋ ਗਏ ਸਿੱਖਾਂ ਨੂੰ, ਤੇ ਸਿੱਖ ਜਿਹੜੇ ਆ ਅੱਜ ਦੇ ਸਮੇਂ 'ਚ ਇੱਕ ਜੰਗਜੂ ਬਿਰਤੀ ਦੇ ਮਾਲਕ ਗਿਣੇ ਜਾਂਦੇ ਆ। ਇਹਨਾਂ ਨੇ ਸਿਕੰਦਰ, ਇਹਨਾਂ ਨੇ ਅਬਦਾਲੀ ਜਿਹੜਾ ਕਿਸ ਤੋਂ ਹਾਰਦਾ ਨਹੀਂ ਉਹਨੂੰ ਹਰਾਇਆ, ਇਹਨਾਂ ਨੇ ਨਾਦਰ ਭਜਾਇਆ, ਇਹਨਾਂ ਨੇ ਔਰੰਗਜ਼ੇਬ ਭਜਾਇਆ। ਤੁਸੀਂ ਦੇਖੋ ਕਿ ਜਿਹੜਾ ਬੰਗਲਾਦੇਸ਼ ਵੇਲੇ 1 ਲੱਖ ਫੌਜੀ ਨੂੰ ਨਾਜ਼ੀ ਨੂੰ ਜਿਹੜਾ ਸਰੈਂਡਰ ਕਰਨ ਵਾਲਾ ਜਗਜੀਤ ਸਿੰਘ ਅਰੋੜਾ, ਉਹਦੇ ਕਿਹੜਾ ਹੈਲਮਟ ਪਾਇਆ ਸੀਗਾ ਜੀ? ਸੋ ਮੇਰੀ ਇਸ ਗੱਲ ਨੂੰ ਗਲਤ ਨਾ ਲਿਆ ਜਾਵੇ। ਜਿਹੜੇ ਇਹ ਇਸ ਗੱਲ ਦੀ ਤਰਫਦਾਰੀ ਕਰ ਰਹੇ ਨੇ ਬੁੱਧੀਜੀਵੀ ਨੇ, ਮੇਰੇ ਲਈ ਸਤਿਕਾਰਯੋਗ ਹੋਣਗੇ, ਪਰ ਮੈਂ ਬੇਨਤੀ ਕਰਦਾ ਸਰਕਾਰ ਦੀ ਇਸ ਕਦਰ ਚਮਚੀ ਨਾ ਮਾਰੋ ਕਿ ਤੁਸੀਂ ਆਪਣੇ ਸਿਧਾਂਤ ਤੋਂ ਥਿੜਕ ਜਾਵੋ। ਤੁਸੀਂ ਇਹਦੀ ਜਸਟੀਫਿਕੇਸ਼ਨ ਚਲੋ ਮੈਂ ਗਰੇਵਾਲ ਸਾਹਿਬ ਬੈਠੇ ਨੇ, ਪਹਿਲਾਂ ਉਹਨਾਂ ਤੋਂ ਠੀਕ ਹੈ, ਮੈਂ ਗਰੇਵਾਲ ਸਾਹਿਬ ਬੈਠੇ ਨੇ, ਹਰਜੀਤ ਗਰੇਵਾਲ ਜੀ, ਮੈਂ ਉਹਨਾਂ ਤੋਂ ਇੱਕ ਕਮੈਂਟ ਲੈ ਲਾਂ। ਇਹਨਾਂ ਦੇ ਬੋਲਣ ਤੋਂ ਪਹਿਲਾਂ ਇੱਕ ਗੱਲ ਦੱਸ ਦਿਆਂ, ਮੈਂ ਅੱਜ ਦੀ ਇਸ ਡਿਬੇਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜਿਹੜੇ ਬੈਠੇ ਨੇ, ਮੈਂ ਇਹਨਾਂ ਦਾ ਸਤਿਕਾਰ ਕਰਦਾ ਕਿ ਇਹਨਾਂ ਨੇ ਪਾਰਟੀ ਦੇ ਫੈਸਲੇ ਦੇ ਖਿਲਾਫ, ਇਹਨੂੰ ਖਿਲਾਫ ਕਹਿ ਲਓ ਜਾਂ ਉਹਨੂੰ ਸੁਧਾਰ ਕਰਨ ਵਾਸਤੇ, ਇਹਨਾਂ ਨੇ ਨਿਧੜਕ ਹੋ ਕੇ ਅੱਜ ਸਵੇਰ ਦੇ ਇਹ ਗੱਲ ਕਹਿ ਰਹੇ ਨੇ। ਬੜੀ ਚੰਗੀ ਗੱਲ ਹੈ। ਆਪਾਂ ਫਿਰ ਪੁੱਛ ਲੈਂਦੇ ਹਾਂ, ਗਰੇਵਾਲ ਸਾਹਿਬ ਬੈਠੇ ਨੇ, ਹਰਜੀਤ ਗਰੇਵਾਲ ਜੀ ਤੁਸੀਂ ਜ਼ਰਾ ਇਸ ਤੇ ਮੈਂ ਤੁਹਾਡਾ ਪ੍ਰਤੀਕਰਮ ਚਾਹੂੰਗਾ, ਤੁਹਾਡੀ ਟਿੱਪਣੀ ਚਾਹੂੰਗਾ ਕਿ ਜੋ ਗੱਲ ਐਸਜੀਪੀਸੀ ਕਹਿ ਰਹੀ ਹੈ ਤੁਸੀਂ ਇਤਫਾਕ ਰੱਖਦੇ ਹੋ? ਦੇਖੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ, ਐਸਜੀਪੀਸੀ ਦੇ ਜਨਰਲ ਸਕੱਤਰ ਵੀ ਕਹਿ ਰਹੇ ਆ, ਔਰ ਇਹ ਹਰ ਸਿੱਖ ਕਹਿ ਰਿਹਾ। ਦੇਖੋ, ਇਹਦੇ 'ਚ ਪਹਿਲੀ ਗੱਲ ਤਾਂ ਇਹ ਆ ਕਿ ਸਿੱਖਾਂ ਨੂੰ ਮੈਂ ਕਈ ਜਗ੍ਹਾ, ਜਿਸ ਤਰ੍ਹਾਂ ਇੱਕ ਮੰਦਿਰ ਦੇ ਅੰਦਰ ਮੈਂ ਦੇਖਿਆ ਮਹਾਕਾਲ ਜਿਹੜਾ ਹੈਗਾ, ਉੱਥੇ ਵਿਜੇਪਾਲ ਜੀ ਪਗੜੀ ਪਹਿਨ ਕੇ ਜਾਂ ਸਿਰ ਤੇ ਕੋਈ ਪਟਕਾ ਰੱਖ ਕੇ ਨਹੀਂ ਜਾ ਸਕਦੇ, ਇੱਕੋ ਹੀ ਕੱਪੜਾ ਬੰਨ੍ਹ ਕੇ ਜਾਣਾ ਹੁੰਦਾ। ਉੱਥੇ ਇੱਕ ਸਰਦਾਰ ਜੀ ਨੂੰ ਦੇਖਿਆ, ਉਹ ਕਹੇ ਕਿ ਗਰਦਨ ਉਤਰ ਸਕਦੀ ਹੈ, ਪਗੜੀ ਨਹੀਂ ਉਤਰੇਗੀ। ਮਤਲਬ ਇਹ ਭਾਵਨਾ, ਤਾਂ ਉਹਨਾਂ ਨੇ ਦਰਸ਼ਨ ਨਹੀਂ ਕੀਤੇ। ਦੇਖੋ, ਉਹਨਾਂ ਨੂੰ ਜਾਣ ਨਹੀਂ ਦਿੱਤਾ, ਜਲ ਨਹੀਂ ਚਲਾਉਣ ਦਿੱਤਾ, ਪਗੜੀ ਸਿਰ ਤੇ ਰੱਖੇ ਹੋਣ ਕਰਕੇ, ਪਰ ਉਹਨਾਂ ਨੇ ਪਗੜੀ ਨਹੀਂ ਉਤਾਰੀ। ਇਹ ਮੇਰੇ ਦੇਖਣ ਦੀ ਗੱਲ ਆ। ਔਰ ਇਸੇ ਤਰ੍ਹਾਂ ਪੰਜਾਬ 'ਚ ਕਈ ਜਗ੍ਹਾ ਪਗੜੀ ਸਿੱਖ ਦੀ ਸ਼ਾਨ ਆ। ਪਗੜੀ ਤੋਂ ਇਹ ਆਇਡੈਂਟੀਟੀ ਹੈ ਸਿੱਖ ਦੀ ਅਸਲ 'ਚ। ਜੇ ਦੇਖਿਆ ਜਾਵੇ, ਨਾ ਤਾਂ ਕਸ਼ਹਿਰਾ ਸਾਹਿਬ ਪਹਿਨੇ ਹੋਏ ਦਿਖਾਈ ਦਿੰਦੇ ਆ, ਨਾ ਹੀ ਕੜਾ ਤੇ ਕੰਘਾ ਸਾਹਿਬ ਜਿਹੜਾ ਇਹ ਦਿਖਾਈ ਦਿੰਦੇ ਆ ਦੂਰੋਂ। ਜੇ ਅਗਰ ਦਿਖਾਈ ਦਿੰਦੀ ਹੈ ਤਾਂ ਸਿੱਖ ਦੀ ਪਗੜੀ ਦਿੰਦੀ ਆ।
ਤੇ ਇਸ ਲਈ ਮੈਂ ਸਮਝਦਾ ਕਿ ਵੈਸੇ ਆਰਮੀ ਦੇ ਅੰਦਰ ਇਹ ਜ਼ਰੂਰ ਆ ਕਿ ਇੱਕ ਬੁਲਟ ਪ੍ਰੂਫ ਪਟਕਾ ਜਿਹੜਾ ਹੈਗਾ ਉਹ ਸਿੱਖ ਫੌਜੀ ਵੀ ਪਹਿਨਦੇ ਆ, ਉਹਨੂੰ ਉਸੇ ਤਰ੍ਹਾਂ ਰੱਖਿਆ ਜਾ ਸਕਦਾ। ਪਰ ਇਸ ਚੀਜ਼ ਦੀ ਮੇਰਾ ਖਿਆਲ ਆ ਵੀ ਜਿਹਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੇ ਉਹ ਨਹੀਂ ਕਰਨਾ ਚਾਹੀਦਾ। ਅਸੀਂ ਅੱਜ ਮੇਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨਾਲ ਵੀ ਗੱਲ ਹੋਈ, ਹੋਰ ਵੀ ਕਈ ਸਾਥੀਆਂ ਨਾਲ ਗੱਲ ਹੋਈ। ਅਸੀਂ 16 ਤਰੀਕ ਨੂੰ ਡਿਫੈਂਸ ਮਿਨਿਸਟਰ ਨੂੰ ਰਾਜਨਾਥ ਜੀ ਨੂੰ ਮਿਲ ਵੀ ਰਹੇ ਹਾਂ ਇਸ ਮਸਲੇ ਤੇ। ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਕਿ ਇਸ ਚੀਜ਼ ਨੂੰ ਜਿਹੜਾ ਤਾਂ ਕੋਈ ਆਪਣੇ ਆਪ ਪਾਉਣਾ ਚਾਹੇ ਉਹ ਅਲੱਗ ਗੱਲ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੰਪਲਸਰੀ ਕਿ ਉਸ ਤੋਂ ਬਿਨਾਂ ਆਰਮੀ 'ਚ ਰਹਿਣਾ ਹੀ ਮੁਸ਼ਕਲ ਆ ਜਾਂ ਉਸ ਤੋਂ ਪਹਿਨ ਕੇ ਹੀ ਰੱਖਣਾ ਪਏਗਾ ਤੁਹਾਨੂੰ, ਕਿਉਂਕਿ ਸਿੱਖ ਜਿਹੜਾ ਹੈਗਾ ਉਹ ਪਗੜੀ ਨਹੀਂ ਜਾਣ ਦਿੰਦਾ, ਆਪਣੀ ਜਾਨ ਦੇ ਸਕਦਾ ਤੇ ਦੇਸ਼ ਦੇ ਲਈ ਵੀ ਸਿੱਖ ਜਾਨ ਦਿੰਦਾ। ਤੇ ਮੈਂ ਸਮਝਦਾ ਕਿ ਇਹ ਸਾਨੂੰ ਇਹਦੇ ਤੇ ਜ਼ਰੂਰ ਉਸ ਮਰਿਆਦਾ ਦਾ ਵੀ ਧਿਆਨ ਰੱਖ ਕੇ, ਔਰ ਸਾਡੀ ਪਾਰਟੀ ਔਰ ਸਾਡੇ ਪ੍ਰਧਾਨ ਮੰਤਰੀ ਬਿਲਕੁਲ ਸਿੱਖਾਂ ਦੀ ਸ਼ਾਨ 'ਚ ਸਹਿਮਤ ਨੇ ਔਰ ਸਿੱਖਾਂ ਦੇ ਨਾਲ ਨੇ, ਔਰ ਉਹ ਸਾਡੇ ਦੇਸ਼ ਦੀ ਸ਼ਾਨ ਨੇ। ਪਗੜੀ ਵੀ ਦੇਸ਼ ਦੀ ਸ਼ਾਨ ਆ, ਇਸ ਕਰਕੇ ਉਹ ਬਿਲਕੁਲ ਵੀ ਸਾਡੀ ਸਰਕਾਰ ਵੱਲੋਂ ਮੈਨੂੰ ਪੱਕਾ ਪਤਾ ਕਿ ਐਸੀ ਕੋਈ ਗੱਲ ਨਹੀਂ ਹੋਣ ਵਾਲੀ ਜਿਹੜੀ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਚਲੋ ਮੈਂ ਆਪਣੇ ਨਾਲ ਗੁਰਦਰਸ਼ਨ ਢਿੱਲੋਂ ਜੀ ਬੈਠੇ ਨੇ, ਸਿੱਖ ਬੁੱਧੀਜੀਵੀ ਨੇ, ਇਹਨਾਂ ਤੋਂ ਵੀ ਇੱਕ ਕਮੈਂਟ ਲੈ ਲੈਂਦੇ ਆ, ਫਿਰ ਕੁਝ ਹੋਰ ਸਵਾਲ ਮੇਰੇ ਹੈਗੇ ਨੇ ਤੁਹਾਨੂੰ ਲੈ ਕੇ ਜਾਂ ਸਰਕਾਰ ਨੂੰ ਲੈ ਕੇ। ਢਿੱਲੋਂ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਜੋ ਫੈਸਲਾ ਲਿਆ ਗਿਆ ਹੈ, ਇਸ ਪੂਰੇ ਐਪੀਸੋਡ ਨੂੰ, ਕਿ ਸਰਕਾਰ ਨੇ ਜੋ ਇੱਕ ਵੀਡੀਓ ਵੀ ਜਾਰੀ ਕੀਤਾ, ਅਸੀਂ ਦਿਖਾ ਵੀ ਰਹੇ ਸੀ ਸੇਫਟੀ ਪਰਪਸ ਦੇ ਨਾਲ, ਉਹਨਾਂ ਨੇ ਕਿਹਾ ਕਿ ਅਸੀਂ ਇਹ ਕੀਤਾ, ਪਰ ਹੁਣ ਤੇ ਗਰੇਵਾਲ ਜੀ ਕਹਿ ਰਹੇ ਨੇ, ਖੁਦ ਬੀਜੇਪੀ ਦੇ ਨੁਮਾਇੰਦੇ ਨੇ, ਕਿ ਅਸੀਂ ਰਿਕੁਐਸਟ ਕਰਾਂਗੇ ਵੀ ਇਦਾਂ ਨਹੀਂ ਹੋਣਾ ਚਾਹੀਦਾ ਔਰ ਇਸ ਨੂੰ ਕੰਪਲਸਰੀ ਨਹੀਂ ਕੀਤਾ ਜਾਣਾ ਚਾਹੀਦਾ। ਦੇਖੋ ਗੱਲ ਕੀ ਆ, 5 ਕਕਾਰ ਮਹਾਰਾਜ ਨੇ 10ਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਵਿੱਚ ਕੰਪਲਸਰੀ ਕੀਤੇ ਆ, ਜਿਨ੍ਹਾਂ ਵਿੱਚ ਕੇਸ਼ ਆ। ਕੇਸ਼ਾਂ ਦੀ ਸੰਭਾਲ ਦੇ ਲਈ, ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਰੱਖਣ ਦੇ ਲਈ ਦਸਤਾਰ ਆਈ ਆ। ਦਸਤਾਰ ਕੰਪਲੀਮੈਂਟਰੀ ਆ ਕੇਸ਼ਾਂ ਦੇ ਲਈ। ਅੱਛਾ, ਜਦੋਂ ਇਹ ਹੈਲਮਟ ਬਣੀ ਆ, ਮੈਂ ਇਹਦੇ ਬਾਰੇ ਅਖਬਾਰਾਂ 'ਚ ਪੜ੍ਹਿਆ, ਇਹ ਕਿਸੇ ਵੀ ਤਰੀਕੇ ਦੇ ਨਾਲ ਸਿੱਖਾਂ ਦੀ ਦਸਤਾਰ ਨੂੰ ਡਿਸਟਰਬ ਨਹੀਂ ਕਰਦੀ। ਸਿੱਖਾਂ ਦੀ ਦਸਤਾਰ ਇੰਟੈਕਟ ਰੱਖਦੀ ਆ ਔਰ ਉਸ ਤੋਂ ਉੱਪਰ ਜਾ ਕੇ ਇੱਕ ਕਬਜ਼ ਦੇ ਰਹੀ ਆ, ਇੱਕ ਪ੍ਰੋਟੈਕਸ਼ਨ ਦੇ ਰਹੀ ਆ, ਤਾਂ ਕਿ ਕੋਈ ਵੀ ਇਸ ਕਿਸਮ ਦੀ ਜਿਹੜੀ ਬੁਲਟ ਦੁਸ਼ਮਣ ਵਾਰ ਕਰੇਗਾ ਬੁਲਟ ਦੇ ਨਾਲ, ਉਹ ਸਿੱਖਾਂ ਦੇ ਸਿਰ ਤੱਕ ਨਾ ਪਹੁੰਚੇ। ਇੱਕ ਗੱਲ। ਦੂਜੀ ਗੱਲ ਆ, ਜਿਸ ਤਰ੍ਹਾਂ ਹੁਣ ਇੰਡੋ ਚਾਈਨਾ ਕਨਫਲਿਕਟ ਹੋ ਰਿਹਾ, ਕਿਹਨਾਂ ਰੀਜਨਸ 'ਚ ਹੋ ਰਿਹਾ, ਕਿਹੜੀਆਂ ਉੱਥੇ ਕਲਾਈਮੇਟਿਕ ਕੰਡੀਸ਼ਨਸ ਹੈਗੀਆਂ, ਸਬ ਜ਼ੀਰੋ ਲੈਵਲ ਤੇ ਉੱਥੇ ਟੈਂਪਰੇਚਰ ਹੈ। ਔਰ ਮੈਂ ਇਹ ਪੜ੍ਹਿਆ ਅਖਬਾਰਾਂ ਦੇ ਵਿੱਚ ਵੀ ਉਹ ਜਿਹੜੀ ਹੈਲਮਟ ਹੋਏਗੀ ਉਹ ਸਿੱਖਾਂ ਦੇ ਸਿਰ ਨੂੰ, ਮਤਲਬ ਇਸ ਕਿਸਮ ਦੀ ਜਿਹੜੀ ਠੰਡ ਹੈ ਉਸ ਤੋਂ ਵੀ ਪ੍ਰੋਟੈਕਟ ਕਰੇਗੀ, ਉਸ ਤੋਂ ਬਚਾ ਕੇ ਰੱਖੇਗੀ। ਤੋ ਹੁਣ ਬਹੁਤੇ ਜਿਹੜੇ ਲੋਕ ਇੰਡੋ ਚਾਈਨਾ ਵਾਰ ਜਿਹੜੀ 1962 ਵਿੱਚ ਹੋਈ ਸੀ, ਉਹ ਕਿਵੇਂ ਮਰੇ ਸੀ? ਫਰੋਸਟ ਬਿਟਨ ਸੀਗੇ ਉਹ, ਕਿਉਂਕਿ ਉਸ ਵੇਲੇ ਹਿੰਦੁਸਤਾਨ ਦੀ ਫੌਜ ਦੇ ਕੋਲ ਇਸ ਕਿਸਮ ਦੇ ਕੱਪੜੇ ਨਹੀਂ ਸੀ, ਇਸ ਕਿਸਮ ਦਾ ਪਹਿਰਾਵਾ ਨਹੀਂ ਸੀ, ਜਿਸ ਦੇ ਨਾਲ ਉਹ ਉੱਥੇ ਦੇ ਫੌਜੀ ਉਸ ਰੀਜਨ ਦੇ ਵਿੱਚ ਸਬ ਜ਼ੀਰੋ ਲੈਵਲ ਦੇ ਉੱਤੇ ਜਿੱਥੇ ਟੈਂਪਰੇਚਰ ਰਹਿੰਦਾ ਉੱਥੇ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ। ਤੋ ਮੈਂ ਨਹੀਂ ਸਮਝਦਾ ਵੀ ਸਿੱਖਾਂ ਨੂੰ ਖਾਮਖਾ ਆਪਣੀ ਜਾਨ ਗਵਾਉਣੀ ਚਾਹੀਦੀ ਹੈ। ਸਿੱਖਾਂ ਨੇ ਜਦੋਂ 18ਵੀਂ ਸਦੀ ਦੇ ਵਿੱਚ ਢਾਲਾਂ ਨਹੀਂ ਇਸਤੇਮਾਲ ਕੀਤੀਆਂ। ਢਾਲ ਕੀ ਆ? ਸ਼ੀਲਡ ਆ, ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਦੁਸ਼ਮਣ ਦੇ ਵਾਰ ਤੋਂ। ਤੇ ਢਾਲ ਦਾ ਕਿੱਥੇ ਰੈਫਰੈਂਸ ਆ? ਉਹ ਦੂਸਰੇ ਤਰੀਕੇ ਨਾਲ ਸਿੱਖਾਂ ਨੇ ਕਬਜ਼ ਪਾਏ ਆ ਸਟੀਲ ਦੇ, ਲੜਾਈ ਦੇ ਮੈਦਾਨ ਦੇ ਵਿੱਚ ਜਾਣ ਲਈ। ਉਹ ਹੁਣ ਵੀ ਅਜੀਬ ਘਰਾਂ ਦੇ ਵਿੱਚ ਬਹੁਤ ਸਾਰੇ ਗੁਰਦੁਆਰਿਆਂ 'ਚ ਮੌਜੂਦ ਆ ਜਿਹੜੇ ਉਹਨਾਂ ਨੇ ਇਸਤੇਮਾਲ ਕੀਤੇ ਆ। ਉਹ ਕਿਉਂ ਆਪਣੀ ਜਾਨ ਗਵਾਉਣੀ ਹੈ? ਕਿਉਂ ਖਾਮਖਾ ਤੁਸੀਂ ਮੌਤ ਦੇ ਮੂੰਹ ਵਿੱਚ ਜਾਣਾ? ਜਾਂ ਤਾਂ ਤੁਸੀਂ ਉਸ ਹੁਣ ਇਹੀ ਗੱਲ ਕਹੀ ਜਾ ਰਹੀ ਆ 65 ਦੀ, 71 ਦੀ, 1962 ਦੀ। ਉਹ ਭਾਈ ਉਸ ਵੇਲੇ ਇਸ ਕਿਸਮ ਦਾ ਫਾਇਰ ਆਰਮ ਨਹੀਂ ਸੀ ਜਿਸ ਕਿਸਮ ਦੇ ਅੱਜ ਚਾਈਨਾ ਦੇ ਕੋਲ ਇਤਨੇ ਲੀਥਲ ਹਥਿਆਰ ਹੈਗੇ ਆ ਜਿਹੜੇ ਆਦਮੀ ਨੂੰ ਜਾਮ ਕਰ ਸਕਦੇ ਆ। ਤੋ ਮੈਂ ਨਹੀਂ ਸਮਝਦਾ ਮੇਰੀ ਕੌਮ ਦੇ ਲੋਕ ਜਿਨ੍ਹਾਂ ਦੀ ਆਲਰੇਡੀ ਗਿਣਤੀ ਬਹੁਤ ਘੱਟ ਆ, ਖਾਮਖਾ
ਮਤਲਬ ਇਸ ਕਿਸਮ ਦੇ ਵਿੱਚ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਣ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਇਸ਼ੂ ਦੇ ਉੱਤੇ ਇੱਕ ਬੜੇ ਸੂਝਵਾਨ ਸਿਆਣੇ ਜਿਹੜੇ ਗਿਆਨਵਾਨ ਸਿੱਖ ਆ ਉਹਨਾਂ ਦੀ ਮੀਟਿੰਗ ਕਾਲ ਕਰਨੀ ਚਾਹੀਦੀ ਹੈ। ਹਾਲਾਤ ਬਦਲ ਰਹੇ ਆ, ਜਾਂ ਤਾਂ ਫਿਰ ਸਿੱਖ ਫੌਜ ਚੋਂ ਬਾਹਰ ਨਿਕਲ ਜਾਣ। ਜੇ ਸਿੱਖ ਨੇ ਫੌਜ 'ਚ ਰਹਿਣਾ ਦੇ ਹੈਵ ਟੂ ਪ੍ਰੋਟੈਕਟ देयर ਲਾਈਫ। ਕਿਸੇ ਫੌਜ ਦੀ ਟੈਕਨੀਕ ਇਹ ਹੁੰਦੀ ਹੈ ਕਿ ਆਪਣੇ ਆਪ ਨੂੰ ਬਚਾ ਕੇ ਦੁਸ਼ਮਣ ਤੇ ਵਾਰ ਕਰਨਾ। ਤੁਸੀਂ ਜੇ ਤੁਸੀਂ ਦੁਸ਼ਮਣ ਦੀ ਗ੍ਰਿਫਤ 'ਚ ਆ ਗਏ ਇਸ ਤਰੀਕੇ ਦੇ ਨਾਲ, ਅਗਲੇ ਨੇ ਹੁਣ ਇਸ ਵੇਲੇ ਮਾਈਕਰੋਸਕੋਪਿਕ ਪ੍ਰੈਸੀਜਨ ਦੇ ਨਾਲ ਤੁਹਾਡੇ ਤੇ ਹੁਣ ਕਹਿੰਦੇ ਨਾ, ਇੱਥੇ ਗਰੇਵਾਲ ਸਾਹਿਬ ਬੋਲ ਰਹੇ ਸੀ ਵੀ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ 'ਚ 303 ਬੰਦੂਕ ਸੀ ਜਿਹੜੀ ਕਿ ਮਤਲਬ ਅੱਜ ਉਹ ਰਿਡੰਡੈਂਟ ਹੋ ਚੁੱਕੀ ਹੈ। ਉਸ ਦੀ ਕੋਈ ਵੈਲਿਊ ਨਹੀਂ, ਉਸ ਦੀ ਕੋਈ ਲੋੜ ਨਹੀਂ ਹੈ। ਲੇਕਿਨ ਅੱਜ ਇਸ ਕਿਸਮ ਦੇ ਹਥਿਆਰ ਆ ਦੁਸ਼ਮਣ ਦੇ ਕੋਲ ਜਿਹੜੇ 3-3 ਮੀਲ ਤੋਂ ਟਾਰਗੇਟ ਲੈ ਕੇ ਉਹਨੂੰ ਹਿੱਟ ਕਰ ਸਕਦੇ ਆ। ਔਰ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਫਰਜ਼ ਕਰੋ ਆਪਣੇ ਆਪ ਨੂੰ ਬਰਫ਼ ਤੋਂ ਨਹੀਂ ਬਚਾਓਗੇ, ਠੰਡ ਤੋਂ ਨਹੀਂ ਬਚਾਓਗੇ ਤਾਂ ਤੁਸੀਂ ਮਰ ਜਾਓਗੇ। ਤਾਂ ਮੈਂ ਇਹ ਸਮਝਦਾ ਬੜੀ ਸਿਆਣਪ ਨਾਲ, ਸਹਿਜ ਨਾਲ, ਸੰਜਮ ਦੇ ਨਾਲ ਬੈਠ ਕੇ ਇਸ ਨੂੰ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਬੁਲਾ ਕੇ ਇਸ ਦੇ ਉੱਤੇ ਕੋਈ ਜਥੇਦਾਰ ਸਾਹਿਬ ਨੂੰ ਫੈਸਲਾ ਕਰਨਾ ਚਾਹੀਦਾ। ਬੜਾ ਸੀਰੀਅਸ ਮੈਟਰ ਹੈ। ਤੁਸੀਂ ਇਸ ਨੂੰ ਦੇਖੋ, ਜੇ ਤੁਸੀਂ ਇਹੀ ਕਹੀ ਜਾਓਗੇ ਉਹ ਗਵਰਨਮੈਂਟ ਵਿਡਰਾ ਕਰ ਲੇਗੀ, ਗਵਰਨਮੈਂਟ ਵਿਡਰਾ ਕਰ ਲੇਗੀ, ਤੁਸੀਂ ਯੂ ਵਿਲ ਬਿਕਮ ਈਜ਼ੀ ਵਿਕਟਮਸ। ਤੁਹਾਡੇ ਤੇ ਘਾਤਕ ਹਮਲੇ ਹੋਣਗੇ। ਇੰਡੋ ਚਾਈਨਾ ਕਨਫਲਿਕਟ ਆ ਜਿਹੜਾ ਇਨਐਵਿਟੇਬਲ ਹੈ। ਹਾਂਜੀ, ਸੋ ਕਾਫੀ ਤਕਨੀਕੀ ਗੱਲਾਂ ਢਿੱਲੋਂ ਸਾਹਿਬ ਨੇ ਮੇਰਾ ਤਾਂ ਇਹੀ ਕਹਿਣਾ ਗੁਰਚਰਨ ਗਰੇਵਾਲ ਜੀ ਜੀ ਮੈਂ ਦੁਬਾਰਾ ਆ ਰਿਹਾ ਢਿੱਲੋਂ ਸਾਹਿਬ ਤੁਹਾਡੇ ਕੋਲ। ਹਾਂਜੀ, ਅਸਲ ਦੇ ਵਿੱਚ ਗਰੇਵਾਲ ਸਾਹਿਬ ਮੈਂ ਇਹ ਗੱਲ ਕਹਿਣੀ ਚਾਹ ਰਿਹਾ ਗੁਰਚਰਨ ਗਰੇਵਾਲ ਜੀ ਕਿ ਮਸਲਾ ਇੱਕ ਪਾਸੇ ਟੈਕਨੀਕਲ ਹੈ ਔਰ ਇੱਕ ਪਾਸੇ ਰਿਲੀਜੀਅਸ ਹੈ। ਰਿਲੀਜੀਅਸ ਤੇ ਟੈਕਨੀਕਲ ਮਸਲੇ ਨੂੰ ਜੋ ਢਿੱਲੋਂ ਸਾਹਿਬ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਵੀ ਬੜੀ ਗੰਭੀਰਤਾ ਦੇ ਨਾਲ, ਬੜੇ ਸੂਝਵਾਨ ਤਰੀਕੇ ਦੇ ਨਾਲ ਬੈਠ ਕੇ ਵਿਚਾਰ ਕੇ ਫਿਰ ਉਸ ਬਾਰੇ ਕੋਈ ਇਸ ਤਰੀਕੇ ਨਾਲ ਬਿਆਨ, ਕਿਉਂਕਿ ਜੇ ਐਦਾਂ ਜਿਵੇਂ ਉਹਨਾਂ ਨੇ ਕਿਹਾ ਵੀ ਐਦਾਂ ਪ੍ਰੈਸ਼ਰ ਪਏਗਾ, ਖੁਦ ਹਰਜੀਤ ਗਰੇਵਾਲ ਜੀ ਕਹਿ ਰਹੇ ਨੇ ਕਿ ਅਸੀਂ ਤੇ ਸਰਕਾਰ ਨੂੰ ਕਵਾਂਗੇ, ਰੱਖਿਆ ਮੰਤਰੀ ਨੂੰ ਕਵਾਂਗੇ ਤਾਂ ਉਹ ਫੈਸਲਾ ਵਾਪਸ ਲੈ ਲੈਣਗੇ। ਉਹਦੇ ਵਿੱਚ ਤਾਂ ਕੋਈ ਵੱਡੀ ਗੱਲ ਨਹੀਂ। ਅੱਜ ਕੱਲ੍ਹ ਤੇ ਸਰਕਾਰਾਂ ਜਦੋਂ ਕੋਈ ਐਸਾ ਮੁੱਦਾ ਭਖਦਾ ਹੈ ਤਾਂ ਉਸੇ ਵੇਲੇ ਬੈਕਆਊਟ ਕਰ ਜਾਂਦੀਆਂ। ਦੇਖੋ ਗੱਲ ਇਹ ਆ, ਮੈਨੂੰ ਲੱਗਦਾ ਕਿ ਢਿੱਲੋਂ ਸਾਹਿਬ ਮੇਰੇ ਲਈ ਬੜੇ ਸਤਿਕਾਰਯੋਗ ਆ, ਬੜੇ ਪੜ੍ਹੇ ਲਿਖੇ ਨੇ, ਬਹੁਤ ਗਿਆਨਵਾਨ ਨੇ, ਪਰ ਮੈਨੂੰ ਅੱਜ ਅਫਸੋਸ ਹੈ ਕਿ ਢਿੱਲੋਂ ਸਾਹਿਬ ਮੈਨੂੰ ਮਾਫ ਕਰਨਗੇ ਕਿ ਮੈਂ ਢਿੱਲੋਂ ਸਾਹਿਬ ਦੇ ਬਾਰੇ ਵਿੱਚ ਕੁਝ ਕੜਤਨ ਭਰੇ ਸ਼ਬਦ ਜ਼ਰੂਰ ਕਹਾਂਗਾ। ਢਿੱਲੋਂ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਥੇਦਾਰ ਸਾਹਿਬ ਨੂੰ ਬੁੱਧੀਜੀਵੀ ਇਕੱਠੇ ਕਰਨੇ ਚਾਹੀਦੇ ਤੇ ਖਾਸ ਤੌਰ ਤੇ ਤੁਹਾਨੂੰ ਤਾਂ ਕਿਰਪਾ ਕਰਕੇ ਨਹੀਂ ਬੁਲਾਉਣਾ ਚਾਹੀਦਾ। ਤੁਸੀਂ ਆਪਣੇ ਆਪ ਨੂੰ ਉਹਨਾਂ ਬੁੱਧੀਜੀਵੀਆਂ 'ਚ ਨਾ ਗਣੋ ਜਿਹੜੇ ਪੰਥ ਦੀ, ਕੌਮ ਦੀ ਮਰਜ਼ਾਦਾ ਨੂੰ ਤੋੜ ਕੇ ਤੁਸੀਂ ਨਵੀਨੀਕਰਨ ਕਰ ਰਹੇ ਹੋ। ਮੇਰੀ ਬੇਨਤੀ ਸੁਣੋ, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਮੈਂ ਰਿਸਪੈਕਟ ਕਰਦਾ ਤੁਹਾਡੀ, ਮੈਂ ਤੁਹਾਡੇ ਵਿੱਚ ਨਹੀਂ, ਜਿਹੜੀ ਗੱਲ ਮੇਰੀ ਜਾਇਜ਼ ਹੈ ਮੈਂ ਕਰਾਂਗਾ। ਹੁਣ ਮੈਨੂੰ ਲੱਗਦਾ ਵੀ ਢਿੱਲੋਂ ਸਾਹਿਬ ਸਿੱਧੇ ਤੌਰ ਤੇ ਕਹਿਣ ਕਿ ਜਥੇਦਾਰ ਜਾਂ ਬਾਕੀ ਜਥੇਬੰਦੀਆਂ ਸਿੱਖਾਂ ਨੂੰ, ਫੌਜੀਆਂ ਨੂੰ ਮਰਵਾਉਣਾ ਚਾਹੁੰਦੀਆਂ ਨੇ। ਮੈਨੂੰ ਇਹ ਦੱਸੋ ਕਿ ਇਹ ਲਿਖ ਕੇ ਦਿੰਦੇ ਆ? ਇਹ ਲਿਖ ਕੇ ਦੇਣਗੇ ਕਿ ਵੀ ਹੈਲਮਟ ਪਹਿਨ ਤੇ ਸਿੱਖ ਜਿਹੜਾ ਵਾ ਉਹ ਕਿਸੇ ਤਰ੍ਹਾਂ ਦੀ ਉਹਨੂੰ ਜਿਵੇਂ ਕਹਿ ਦਿੰਦੇ ਆ ਉਹਨੂੰ ਇੰਜਰੀ ਨਹੀਂ ਹੋਏਗੀ? ਸਿੱਖੀ ਦੀ ਮਰਜ਼ਾਦਾ, ਸਿੱਖੀ ਦੇ ਮਾਣ ਮਰਜ਼ਾਦਾ ਕਰਕੇ ਸਿੱਖ ਲੜਦਾ। ਸਿੱਖ ਜਜ਼ਬਾ ਵਾ ਇੱਕ, ਸਿੱਖ ਹੈਲਮਟ ਪਾ ਕੇ ਨਹੀਂ ਲੜਦਾ। ਮੈਂ ਵੀ ਬੇਨਤੀ ਕਰਦਾ ਕਿ ਤੁਸੀਂ ਸਰਕਾਰ ਨੂੰ ਕਹੋ ਕਿ ਸਰਕਾਰ ਸਭ ਤੋਂ ਪਹਿਲਾਂ ਕੰਪਨੀ ਤੁਹਾਨੂੰ ਹੈਲਮਟ ਭੇਜੇ ਤੇ ਤੁਸੀਂ ਹੈਲਮਟ ਦਾ ਪ੍ਰਚਾਰ ਕਰੋ। ਮੈਂ ਮਾਫ ਕਰ ਰਿਹਾ, ਮੇਰੀ ਇੱਕ ਗੱਲ ਤੁਹਾਡੇ ਤੋਂ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ। ਇਹ ਮੈਂ ਪਹਿਲਾਂ ਕਿਹਾ ਸੀ, ਇਹ ਕੋਈ ਰਾਜਨੀਤਿਕ ਮਸਲਾ ਨਹੀਂ ਹੈਗਾ। ਇਸ ਕਰਕੇ ਨਹੀਂ ਹੈਗਾ ਕਿ ਇਹਨੂੰ ਬੀਜੇਪੀ ਨੇ ਕੀਤਾ ਵਾ, ਇਹ ਸਾਡਾ ਬੁਨਿਆਦੀ ਮਸਲਾ ਹੈ। ਜੇ ਗੁਰਬਾਣੀ ਤੁਸੀਂ ਹੁਣ ਢਿੱਲੋਂ ਸਾਹਿਬ ਤੁਸੀਂ ਮੈਨੂੰ ਆਪ ਦੱਸੋ ਕਿ ਗੁਰਬਾਣੀ 'ਚ ਇਹ ਗੱਲ ਕਹੀ ਹੈ ਕਿ ਸਾਬਤ ਸੂਰ ਦਸਤਾਰ ਸਿਰਾ। ਜੇ ਤੁਸੀਂ ਦਸਤਾਰ ਹੀ ਤੁਸੀਂ ਬੜੇ ਵੱਡੇ ਵਧੀਆ ਸ਼ਬਦ ਨਾਲ ਪ੍ਰੋਟੈਕਟ ਕਰ ਰਹੇ ਹੋ। ਹੁਣ ਜੇ ਸਿੱਖ ਹੋਏ ਸਿਰ ਟੋਪੀ ਸਿੱਖ ਧਰੀ ਜਾਂਦੇ ਆ, ਵੱਖਰੀ ਗੱਲ ਆ। ਮੈਂ ਕਹਿੰਦਾ ਸਾਡੀ ਵੀ ਗਲਤੀਆਂ ਹੋਣਗੀਆਂ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਪੱਗ ਦੇ ਉੱਤੇ ਟੋਪੀ ਧਰ ਲਈਏ। ਇਹ ਗੱਲਾਂ ਘੱਟੋ ਘੱਟ ਤੁਸੀਂ ਨਾ ਕਰੋ, ਕਿਉਂਕਿ ਤੁਹਾਡੇ ਤੇ ਬੜਾ, ਤੁਸੀਂ ਹਿਸਟੋਰੀਅਨ ਹੋ, ਸਿੱਖਾਂ ਦੇ ਹਿਸਟੋਰੀਅਨ ਹੋ। ਸਿੱਖ ਜਿਹੜਾ ਵਾ ਉਹ ਪੂਰਨ ਤੌਰ ਤੇ ਜਿਹੜਾ ਮਰਜ਼ਾਦਾ ਕਾਇਮ ਰੱਖਦਾ ਉਹਦੇ ਅੰਦਰ ਸਪਿਰਿਟ ਪੈਦਾ ਹੁੰਦੀ ਹੈ। ਮੈਂ ਪਹਿਲਾਂ ਇਹ ਗੱਲ ਕੀਤੀ ਆ ਕਿ ਸਿੱਖਾਂ ਨੂੰ ਕੀ ਲੋੜ ਸੀ ਇੰਨੀ ਆਬਾਦੀ ਦੇ ਵਿੱਚੋਂ 2% ਸੀ, ਇਹ ਉਹਨਾਂ ਨੇ ਸਿਰ ਕਿਉਂ ਦਿੱਤੇ? ਮੈਂ ਇੱਕ ਵਾਰੀ ਹਰਜੀਤ ਗਰੇਵਾਲ ਜੀ ਤੋਂ ਵੀ ਇਸ ਤੇ ਕਮੈਂਟ ਚਾਹੂੰਗਾ। ਜਿਹੜੀ ਗੱਲ ਢਿੱਲੋਂ ਸਾਹਿਬ ਨੇ ਕੀਤੀ ਹੈ ਤਕਨੀਕੀ, ਸਿਰਫ ਤਕਨੀਕੀ ਗੱਲਾਂ ਤੇ
ਗਰੇਵਾਲ ਸਾਹਿਬ, ਤੁਸੀਂ ਇਹਦੇ ਨਾਲ ਇਤਫਾਕ ਰੱਖਦੇ ਹੋ ਜਾਂ ਫਿਰ ਤੁਸੀਂ ਵੀ ਉਹੀ ਸੋਚਦੇ ਹੋ ਵੀ ਠੀਕ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ? ਕੱਲ ਨੂੰ ਕੇਂਦਰ ਸਰਕਾਰ ਨੂੰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਲਬਾਤ ਕੀਤੀ ਹੈ, ਫਿਰ ਤੇ ਸੈਂਟਰ ਗਵਰਨਮੈਂਟ ਨੇ ਵਾਪਸ ਲੈ ਹੀ ਲੈਣਾ, ਉਸ ਦੇ ਵਿੱਚ ਕੀ ਵੱਡੀ ਗੱਲ ਹੈ? ਨਹੀਂ ਦੇਖੋ, ਢਿੱਲੋਂ ਸਾਹਿਬ ਜਿਹੜੇ ਆ, ਮੈਂ ਇਹਨਾਂ ਦੀ ਬਹੁਤ ਰਿਸਪੈਕਟ ਕਰਦਾ, ਬਹੁਤ ਹੀ ਵਿਦਵਾਨ ਨੇ। ਇਹ ਆਪਣੇ ਨਜ਼ਰੀਏ ਨਾਲ ਦੇਖ ਰਹੇ ਆ, ਉਹ ਮੈਂ ਉਸ ਨੂੰ ਕੰਟਰਡਿਕਟ ਨਹੀਂ ਕਰਦਾ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਦਸਤਾਰ ਜਿਹੜੀ ਆ ਉਹ ਸਿੱਖਾਂ ਦੀਆਂ ਭਾਵਨਾਵਾਂ ਉਹਦੇ ਨਾਲ ਜੁੜੀਆਂ ਨੇ, ਜਿਹੜੀਆਂ ਮਾਰਸ਼ਲ ਕੌਮਾਂ ਹੁੰਦੀਆਂ ਨੇ। ਜੇ ਉਹਨਾਂ ਨੂੰ ਆਪਣੀ ਅਣਖ ਤੇ ਜਾਂ ਗੈਰਤ ਤੇ ਕੋਈ ਮਾਮੂਲੀ ਜੀ ਗੱਲ ਲੱਗਦੀ ਆ ਤੇ ਉਹ ਫਿਰ ਉਸ ਨੂੰ ਬਰਦਾਸ਼ਤ ਨਹੀਂ ਕਰਦੀਆਂ ਤੇ ਉਹਨਾਂ ਦੇ ਹੌਸਲੇ ਵੀ ਟੁੱਟਦੇ ਆ ਉਹਦੇ ਨਾਲ ਕਿ ਸਾਡੇ ਨਾਲ ਕਿਉਂ ਹੋ ਰਿਹਾ। ਇਹ ਜਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਕੋਲੋਂ ਦੁਬਾਰਾ ਇਹ ਕਹਾਇਆ ਜਾਵੇ, ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਲੱਗੇਗੀ, ਨਹੀਂ ਤਾਂ ਜ਼ਰੂਰ ਲੱਗੇਗੀ। ਤੇ ਇਸ ਕਰਕੇ ਮੈਂ, ਸਾਡੀ ਸਰਕਾਰ ਆ ਔਰ ਸਿੱਖਾਂ ਦੇ ਹਿੱਤ ਦੀ ਸਰਕਾਰ ਆ। ਮੋਦੀ ਜੀ ਸਿੱਖਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ ਤੇ ਅਸੀਂ ਇਸ ਨੂੰ ਕਿਉਂ ਇਸ ਨਜ਼ਰੀਏ ਨਾਲ ਲਈਏ ਕਿ ਅਸੀਂ ਉਹਨਾਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਾਂ। ਕਿਉਂਕਿ ਜੇ ਖਾਲਸਾ ਕਮਜ਼ੋਰ ਹੁੰਦਾ, ਜੇ ਖਾਲਸਾ ਦੀ ਭਾਵਨਾ ਕਮਜ਼ੋਰ ਹੁੰਦੀ ਆ ਤਾਂ ਦੇਸ਼ ਵੀ ਮਜ਼ਬੂਤ ਨਹੀਂ ਰਹਿ ਸਕਦਾ। ਇਹ ਪੱਕੀ ਗੱਲ ਆ, ਕਿਉਂਕਿ ਸਭ ਤੋਂ ਜ਼ਿਆਦਾ ਸ਼ਹਾਦਤਾਂ ਸਿੱਖ ਦਿੰਦੇ ਨੇ। ਇਸ ਲਈ ਮੈਂ ਉਸ ਨਜ਼ਰੀਏ ਨਾਲ ਅਸੀਂ ਸਾਰਿਆਂ ਨੇ ਅੱਜ ਵਿਚਾਰ ਕੀਤੀ ਹੈ ਤੇ ਉਹਦੇ ਚ ਸਿਰਸਾ ਸਾਹਿਬ ਨੇ ਵੀ ਕਿਹਾ, ਬਾਕੀਆਂ ਨੇ ਵੀ ਕਿਹਾ ਵੀ ਇਹ ਨਹੀਂ ਹੋਣਾ ਚਾਹੀਦਾ। ਆਪਾਂ ਜ਼ਰੂਰ ਕਹਾਂਗੇ, ਅਸੀਂ ਮਿਲ ਕੇ ਪ੍ਰਾਰਥਨਾ ਕਰਾਂਗੇ। ਪਰ ਗੱਲ ਇਹ ਆ ਕਿ ਢਿੱਲੋਂ ਸਾਹਿਬ ਦੀ ਗੱਲ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਉਹ ਵਿਦਵਾਨ ਵਿਅਕਤੀ ਨੇ, ਉਹਨਾਂ ਦਾ ਇੱਕ ਆਪਣਾ ਨਜ਼ਰੀਆ, ਉਸ ਨਜ਼ਰੀਏ ਨਾਲ ਉਹ ਕਹਿ ਰਹੇ ਨੇ। ਮੈਂ ਉਹਨਾਂ ਦਾ ਕੋਈ ਵਿਰੋਧ ਨਹੀਂ ਕਰਦਾ ਇਸ ਮਸਲੇ 'ਚ, ਉਹਨਾਂ ਦਾ ਸਤਿਕਾਰ ਕਰਦਾ। ਗਰੇਵਾਲ ਸਾਹਿਬ, ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਵਿਚਾਰ ਕੀਤੀ ਹੈ, ਜਾਂ ਜਿਵੇਂ ਢਿੱਲੋਂ ਸਾਹਿਬ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਨਾਲ ਕੋਈ ਮੀਟਿੰਗ ਕਰਨੀ ਚਾਹੀਦੀ ਹੈ, ਸਿੱਖ ਜਥੇਬੰਦੀਆਂ ਨੂੰ ਬਹਿਣਾ ਚਾਹੀਦਾ, ਇੰਟੈਲੈਕਚੁਅਲਸ ਨੂੰ ਬਹਿਣਾ ਚਾਹੀਦਾ, ਕਿ ਇਹ ਚੀਜ਼ਾਂ ਜਦੋਂ ਆਪਾਂ ਕੱਲ ਨੂੰ ਕੋਈ ਡਿਸੀਜਨ ਆ ਜਾਂਦਾ ਔਰ ਉਸ ਡਿਸੀਜਨ ਤੇ ਕਿਸੇ ਤਰ੍ਹਾਂ ਦੀ ਕੰਟਰੋਵਰਸੀ ਪੈਦਾ ਹੋ ਜਾਂਦੀ ਹੈ, ਕਿ ਉਸ ਤੇ ਪਹਿਲਾਂ ਵਿਚਾਰ ਕਰਨਾ ਨਹੀਂ ਚਾਹੀਦਾ? ਕਿ ਜੇ ਇਸ ਚੀਜ਼ ਨੂੰ ਪਹਿਲਾਂ ਵਿਚਾਰ ਲਿਆ ਜਾਵੇ ਤਾਂ ਕੰਟਰੋਵਰਸੀ ਤੋਂ ਵੀ ਬਚ ਸਕੇ ਔਰ ਪਹਿਲੀ ਵਾਰੀ ਇਹ ਜ਼ਿਆਦਾ ਬਿਹਤਰ ਰਹੇਗਾ ਕਿ ਪਹਿਲਾਂ ਵਿਚਾਰ ਕਰਕੇ ਫਿਰ ਉਸ ਫੈਸਲੇ ਨੂੰ ਉਹਨਾਂ ਭਾਵਨਾਵਾਂ ਦੇ ਲਿਹਾਜ਼ ਨਾਲ ਲਾਗੂ ਕੀਤਾ ਜਾਵੇ। ਦੇਖੋ ਆਰਮੀ ਦਾ ਕੰਮ ਕਰਨ ਦਾ ਆਪਣਾ ਇੱਕ ਨਜ਼ਰੀਆ, ਉਹ ਜਦੋਂ ਵੀ ਕੋਈ ਉਹਨਾਂ ਦੀ ਮੂਵਮੈਂਟ ਹੁੰਦੀ ਆ ਤਾਂ ਨਾਲ ਦੀ ਨਾਲ ਹੀ ਗੁਰਦੁਆਰਾ ਸਾਹਿਬ, ਨਾਲ ਦੀ ਨਾਲ ਹੀ ਮੰਦਿਰ, ਨਾਲ ਦੀ ਨਾਲ ਹੀ ਮਸਜਿਦ, ਇਹ ਸਾਰੀਆਂ ਚੀਜ਼ਾਂ ਵੀ ਨਾਲ ਹੀ ਜਾਂਦੀਆਂ ਨੇ। ਉਹ ਇਹਨਾਂ ਦਾ ਨਾਲ ਹੀ ਸਤਿਕਾਰ ਉੱਦਾਂ ਹੀ ਹੁੰਦਾ, ਉੱਦਾਂ ਹੀ ਸਥਾਪਿਤ ਕੀਤੀਆਂ ਜਾਂਦੀਆਂ ਨੇ ਪੂਜਾ ਪਾਠ ਦੇ ਲਈ ਵੀ। ਤੇ ਜਿਹਦੇ 'ਚ ਆਸਥਾ ਹੋਵੇ ਉਹ ਪੂਜਾ ਕਰੇ। ਇਹ ਆਰਮੀ ਦਾ ਆਪਣਾ ਕੰਮ ਕਰਨ ਦਾ ਤਰੀਕਾ ਵਿਜੇਪਾਲ ਜੀ, ਤੇ ਉਸ ਨੂੰ ਆਪਾਂ ਉਸ ਨਜ਼ਰੀਏ ਨਾਲ ਨਹੀਂ ਦੇਖ ਸਕਦੇ। ਤੇ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਸਿੱਖਾਂ ਦੇ ਨਜ਼ਰੀਏ ਨਾਲ, ਔਰ ਜੋ ਪਗੜੀ ਦੇ ਲਈ ਸਤਿਕਾਰ ਆ ਸਿੱਖਾਂ ਦੇ ਮਨ 'ਚ, ਜੋ ਪਗੜੀ ਇੱਕ ਤਰ੍ਹਾਂ ਦੀ ਆਇਡੈਂਟੀ ਆ ਸਿੱਖਾਂ ਦੀ, ਅਸੀਂ ਉਸ ਨਜ਼ਰੀਏ ਨਾਲ ਗੱਲ ਕਰ ਰਹੇ ਹਾਂ ਤੇ ਉਸ ਨੂੰ ਠੇਸ ਨਹੀਂ ਲੱਗਣੀ ਚਾਹੀਦੀ, ਚਾਹੇ ਕੁਝ ਵੀ ਹੋਵੇ। ਤੇ ਢਿੱਲੋਂ ਸਾਹਿਬ ਜਿਹੜੇ ਆ ਉਹ ਨਾਲ ਕੇ ਸੇਫਟੀ ਵੀ ਹੋਣੀ ਚਾਹੀਦੀ ਆ, ਸਿਕਿਉਰਿਟੀ ਵੀ ਹੋਣੀ ਚਾਹੀਦੀ ਹੈ, ਹੋਰ ਸਾਰੀਆਂ ਚੀਜ਼ਾਂ ਉਹ ਦੇਖ ਰਹੇ ਆ। ਪਰ ਮੈਂ ਉਹਨਾਂ ਦੀ ਗੱਲ ਦਾ ਕੋਈ ਵਿਰੋਧ ਨਹੀਂ ਕਰਾਂਗਾ, ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ, ਵਿਦਵਾਨ ਨੇ ਉਹ। ਪਰ ਨਾਲ ਜਿਹੜੀ ਸਿੱਖੀ ਦੀ ਭਾਵਨਾ ਹੈਗੀ ਆ ਉਸ ਦਾ ਵੀ ਸਾਨੂੰ ਸਤਿਕਾਰ ਕਰਨਾ ਚਾਹੀਦਾ। ਤੇ ਅਸੀਂ ਤਾਂ ਆਪਣੀ ਤਰਫੋਂ ਮਿਲ ਰਹੇ ਆ, ਮਿਲ ਕੇ ਪ੍ਰਾਰਥਨਾ ਵੀ ਕਰਾਂਗੇ ਕਿ ਵੀ ਇਹ ਜਿਹੜਾ ਹੈਗਾ ਇਹਨੂੰ ਵਾਪਸ ਲਿਆ ਜਾਵੇ, ਜਾਂ ਫਿਰ ਕਿਸੇ ਤਰ੍ਹਾਂ ਕੋਈ ਗੱਲਬਾਤ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਤੁਸ਼ਟ ਕੀਤਾ ਜਾਵੇ ਤੇ ਉਹ ਆਪਣੀ ਅਪੀਲ ਕਰਨ, ਉਹ ਅਲੱਗ ਗੱਲ ਆ। ਤੇ ਉੱਥੋਂ ਜਿਹੜਾ ਫੈਸਲਾ ਆ ਜਾਂਦਾ, ਜਿਹੜਾ ਉਹ ਕਹਿ ਦਿੰਦੇ ਆ, ਉਹ ਤਾਂ ਫਿਰ ਹਰ ਸਿੱਖ ਮੰਨਦਾ ਉਸ ਨੂੰ, ਠੀਕ ਹੈ ਨਾ। ਢਿੱਲੋਂ ਸਾਹਿਬ, ਅਸਲ ਦੇ ਵਿੱਚ ਦੋ ਪੱਖ ਨੇ। ਤੁਸੀਂ ਟੈਕਨੀਕਲ ਜਿਹੜੀ ਗੱਲ ਕਰ ਰਹੇ ਹੋ, ਦੂਜੇ ਪਾਸੇ ਰਿਲੀਜੀਅਸ ਪੱਖ ਹੈ। ਜਿਵੇਂ ਮੈਂ ਕਿਹਾ ਵੀ ਪਹਿਲਾਂ ਵੀ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਜਾ ਸਕਦਾ ਸੀ, ਜਾਂ ਗਰੇਵਾਲ ਸਾਹਿਬ ਜਿਵੇਂ ਕਹਿ ਰਹੇ ਨੇ, ਡਿਫਰੈਂਸ ਆਫ ਓਪੀਨੀਅਨ ਹਰ ਜਗ੍ਹਾ ਹੀ ਹੁੰਦੇ ਨੇ, ਹਰ ਕੋਈ ਆਪਣੇ ਵਿਚਾਰ ਰੱਖਦਾ, ਆਪਣੇ ਤਰੀਕੇ ਨਾਲ ਰੱਖਦਾ। ਔਰ ਮੈਂ, ਕਿਉਂਕਿ ਮੈਂ ਤੇ ਪਰਸਨਲੀ ਇਹ ਨਹੀਂ ਕਹਿ ਰਿਹਾ ਕਿ ਮੈਂ ਬਹੁਤ ਇੰਟੈਲੈਕਚੁਅਲ ਹੈ ਜਾਂ ਮੈਨੂੰ ਪਤਾ ਇਹਨਾਂ ਚੀਜ਼ਾਂ ਦੇ, ਹਰ ਬੰਦੇ ਨੂੰ ਹਰ ਚੀਜ਼ ਬਾਰੇ ਜਾਣਕਾਰੀ ਨਹੀਂ ਹੁੰਦੀ, ਇਹ ਐਕਸੈਪਟ ਕਰ ਲੈਣਾ ਚਾਹੀਦਾ। ਇਸ ਕਰਕੇ ਮੈਂ ਇਸ ਮੁੱਦੇ ਤੇ ਬਹੁਤ ਜ਼ਿਆਦਾ ਕੋਈ ਟਿੱਪਣੀਆਂ ਨਹੀਂ ਕਰਨਾ ਚਾਹ ਰਿਹਾ। ਮੈਂ ਸਿਰਫ ਤੁਹਾਡੇ ਤੋਂ ਇਸ ਚੀਜ਼ ਤੇ ਇਹ ਤੁਹਾਡੇ ਪ੍ਰਤੀਕਰਮ ਲੈਣਾ ਚਾਹਣਾ ਹੈ। ਜਿਹੜੀ ਗੱਲ SGPC ਵੱਲੋਂ ਬੈਠੇ ਨੇ ਗੁਰਚਰਨ ਗਰੇਵਾਲ ਸਾਹਿਬ, ਉਹ ਥੋੜੇ ਜਿਹੇ ਕਈ ਵਾਰੀ ਤਿੱਖੇ ਸ਼ਬਦ ਵਰਤ ਜਾਂਦੇ ਨੇ। ਹਾਲਾਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰੀਕੇ ਦੀ ਜਿਹੜੀ ਕੁੜੱਤਣ ਹੈ ਉਹ ਨਾ ਪੈਦਾ ਹੋਵੇ ਗੱਲਬਾਤ ਦੇ ਵਿੱਚ, ਪਰ ਫਿਰ ਵੀ ਇੱਕ ਰਿਲੀਜੀਅਸ ਪੱਖ ਤੁਸੀਂ ਸਮਝਦੇ ਹੋ ਕਿ ਵਿਚਾਰਿਆ ਜਾਣਾ ਜ਼ਰੂਰ ਚਾਹੀਦਾ।
ਦੇਖੋ, ਜਿੱਥੋਂ ਤੱਕ ਕੇਸ਼ਾਂ ਦਾ ਸਵਾਲ ਹੈ, ਉਹ ਜੀ। ਇੱਕ ਸੇਕਰੇਡ ਇਨਸਿਗਨੀਆ ਸਿੱਖਾਂ ਦਾ ਸਿੰਬਲ ਤੋਂ ਵੀ ਉੱਪਰ ਦੀ ਜੀ। ਚੀਜ਼ ਆ ਉਹ। ਜੇ ਤਾਂ ਕੋਈ ਜੀ। ਚੀਜ਼ ਉਹਨਾਂ ਦੇ ਕੇਸ਼ਾਂ ਦੀ ਬੇਅਦਬੀ ਕਰਦੀ ਆ ਔਰ ਉਸ ਨੂੰ ਡਿਸਟਰਬ ਕਰਦੀ ਆ, ਆਈ ਐਮ 100% ਅਗੇਂਸਟ ਦੈਟ। ਕੇਸ਼ਾਂ ਦੀ ਸੰਭਾਲ ਦੇ ਲਈ ਦਸਤਾਰ ਹੈ, ਸਮਝੇ ਕਿ ਨਹੀਂ? ਜੇ ਦਸਤਾਰ ਨੂੰ ਜੀ। ਕੋਈ ਚੀਜ਼ ਡਿਸਟਰਬ ਕਰਦੀ ਆ, ਆਈ ਐਮ 100% ਅਗੇਂਸਟ ਦੈਟ। ਪਰ ਜੇ ਸਿੱਖਾਂ ਦੀ ਦਸਤਾਰ ਤੇ ਸਿੱਖਾਂ ਦਾ ਜਿਹੜਾ ਸਿਰ ਹੈ ਉਸ ਨੂੰ ਪ੍ਰੋਟੈਕਟ ਕਰਦੀ ਆ, ਉਹਨਾਂ ਦੀ ਲਾਈਫ ਨੂੰ ਡਿਫੈਂਡ ਕਰਦੀ ਆ, ਮੈਂ ਉਸ ਚੀਜ਼ ਦਾ 100% ਵੋਟਰੀ ਆ। ਮੈਂ ਨਹੀਂ ਚਾਹੁੰਦਾ ਸਿੱਖਾਂ ਨੂੰ ਖਾਮਖਾ। ਹੁਣ ਮੈਂ ਇਹਨਾਂ ਗਰੇਵਾਲ ਸਾਹਿਬ ਤੋਂ ਪੁੱਛਣਾ ਚਾਹੁੰਦਾ, 20 ਬੰਦੇ 20 ਇੰਡੀਅਨ ਸੋਲਜਰਸ ਮਰੇ ਆ ਉੱਥੇ, ਪਹਿਲੀ ਜਿਹੜੀ ਇੰਡੋ ਚਾਈਨਾ ਹੁਣੇ ਕਨਫਲਿਕਟ ਹੋਇਆ, ਉਹ ਉੱਥੇ ਬਰਫ਼ ਦੇ ਵਿੱਚ ਕਰਕੇ ਮਰੇ ਆ। ਉਹਨਾਂ ਦੇ ਉੱਤੇ ਕੋਈ ਇਸ ਕਿਸਮ ਦਾ ਹਥਿਆਰ ਨਹੀਂ ਇਸਤੇਮਾਲ ਕੀਤਾ ਗਿਆ ਕਿ ਉਹਨਾਂ ਨੂੰ ਹਥਿਆਰਾਂ ਨਾਲ ਮਾਰਿਆ ਗਿਆ। ਤੋ ਗਰੇਵਾਲ ਸਾਹਿਬ ਇਹ ਸੋਚ ਲੈਣ, ਜੇ ਤਾਂ ਆਪਣੀ ਜ਼ਿੱਦ ਤੇ ਉੱਤੇ ਅੜ ਕੇ ਇਸੇ ਕਿਸਮ ਦੀ ਪੋਜੀਸ਼ਨ ਲੈਣੀ ਆ ਤਾਂ ਸਿੱਖਾਂ ਦਾ ਨੁਕਸਾਨ ਹੋਏਗਾ। ਤੇ ਸਿੱਖਾਂ ਦੇ ਠੀਕ ਹੈ। ਕੇਸ਼ਾਂ ਦੀ ਕਿ ਸਿੱਖਾਂ ਦੇ ਦਸਤਾਰ ਦੀ ਕੋਈ ਡਿਸਟਰਬੈਂਸ ਨਹੀਂ, ਪਰ ਪ੍ਰੋਟੈਕਸ਼ਨ ਜ਼ਰੂਰ ਚਾਹੀਦੀ ਹੈ। ਤਾਂ ਇਸੇ ਤਰੀਕੇ ਦੇ ਨਾਲ ਹੁਣ ਕਈ ਸਿੱਖਾਂ ਨੇ ਜਦੋਂ ਮਿਡੀਵਲ ਪੀਰੀਅਡ ਦੇ ਵਿੱਚ 18th ਸੈਂਚੁਰੀ ਦੇ ਵਿੱਚ ਆਪਣੀ ਦਸਤਾਰ ਦੇ ਉੱਤੇ ਕੜਾ ਲਾ ਲਿਆ ਸੀ। ਕਿਉਂ ਲਾਇਆ ਵੀ ਕੜਾ? ਜੀ। ਉਹਦਾ ਕਿੱਥੇ ਰੈਫਰੈਂਸ ਆ, ਕਿਹੜੀ ਰਹਿਤ ਮਰਿਆਦਾ ਉਹਦਾ ਦੱਸਦੀ ਆ? ਉਹ ਸਿਰਫ ਕੀ ਕਰਨਾ ਸੀ, ਜੇ ਦੁਸ਼ਮਣ ਨੇ ਸਿਰ ਦੇ ਉੱਤੇ ਅਟੈਕ ਕਰਨਾ ਤਾਂ ਉਸ ਦੀ ਪ੍ਰੋਟੈਕਸ਼ਨ ਸੀ ਉਹ, ਸਮਝੇ ਕਿ ਨਹੀਂ? ਇਸੇ ਤਰੀਕੇ ਦੇ ਨਾਲ ਜਿਹੜੀ ਸ਼ੀਲਡ ਆ, ਜਿਹੜੀ ਢਾਲ ਆ, ਉਹਦਾ ਕਿੱਥੇ ਰੈਫਰੈਂਸ ਆ? ਗਰੇਵਾਲ ਸਾਹਿਬ ਨੂੰ ਪੁੱਛੋ ਕਿਹੜੀ ਕਿਤਾਬ 'ਚ ਇਹਨਾਂ ਨੇ ਪੜ੍ਹਿਆ ਉਹਦਾ। ਤੋ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਗਰੇਵਾਲ ਸਾਹਿਬ, ਮੈਂ ਤਾਂ ਕਿਸੇ ਕਮੇਟੀ 'ਚ ਜਾਂਦਾ ਹੀ ਨਹੀਂ, ਮੈਂ ਤਾਂ ਚੰਡੀਗੜ੍ਹ ਚੜ੍ਹਦਾ ਹੀ ਨਹੀਂ। ਤੋ ਇਸ ਕਰਕੇ ਮੈਨੂੰ ਇਸ ਕਿਸਮ ਦੀ ਲਾਲਸਾ ਨਹੀਂ ਹੈ, ਨਾ ਮੈਨੂੰ ਕਿਸੇ ਕਿਸਮ ਦੇ ਅਹੁਦੇ ਦੀ ਜ਼ਰੂਰਤ ਆ। ਮੈਨੂੰ ਗੁਰੂ ਨੇ ਬਹੁਤ ਕੁਝ ਬਖਸ਼ਿਆ, ਪਰ ਮੈਂ ਕਿਸੇ ਸਿੱਖ ਦੀ ਜਦੋਂ ਜਾਨ ਜਾਂਦੀ ਆ, ਚਾਹੇ ਉਹ ਐਕਸੀਡੈਂਟ 'ਚ ਜਾਵੇ, ਚਾਹੇ ਉਹ ਬਾਰਡਰ ਤੇ ਸ਼ਹੀਦ ਹੋਵੇ, ਮੈਨੂੰ ਤਕਲੀਫ ਜ਼ਰੂਰ ਹੁੰਦੀ ਹੈ। ਔਰ ਇਸ ਤਰੀਕੇ ਦੇ ਨਾਲ, ਇਸ ਪੋਜੀਸ਼ਨ ਦੇ ਨਾਲ, ਜੇ ਸਿੱਖਾਂ ਨੇ ਇਸ ਕਿਸਮ ਦੇ ਫਰੰਟ ਤੇ ਇਹਨਾਂ ਕਲਾਈਮੈਟਿਕ ਕੰਡੀਸ਼ਨਸ ਦੇ ਵਿੱਚ ਲੜਨਾ, ਤਾਂ ਉਹਨਾਂ ਦੀ ਪ੍ਰੋਟੈਕਸ਼ਨ ਲਾਜ਼ਮੀ ਚਾਹੀਦੀ ਹੈ। ਮੈਂ ਨਹੀਂ ਚਾਹੁੰਦਾ ਕਿ ਖਾਮਖਾ ਸਿੱਖ ਮਤਲਬ ਵਿਚਾਰੇ ਸ਼ਹੀਦ ਹੋਣ ਜਾਂ ਫਰੋਸਟ ਬਿਟਨ ਹੋਣ, ਜਾਂ ਮਤਲਬ ਇਸ ਕਿਸਮ ਦੀਆਂ ਮਤਲਬ ਉਹਨਾਂ ਨੂੰ ਪ੍ਰੋਬਲਮਸ ਆਉਣ, ਜਿਸ ਤਰ੍ਹਾਂ 1962 ਦੇ ਵਿੱਚ। ਔਰ ਇਸੇ ਤਰੀਕੇ ਦੇ ਨਾਲ ਆ ਜਿਹੜੀ ਹੁਣ ਇੰਡੋ ਚਾਈਨਾ ਕਨਫਲਿਕਟ ਹੋਇਆ, ਜਿਹਦੇ ਚ 20 ਮਤਲਬ ਸਾਡੇ ਫੌਜੀ ਮਰੇ ਆ, ਉਹਨਾਂ ਚੋਂ ਮੇਨਲੀ ਸਿੱਖ ਹੀ ਸੀਗੇ। ਕਿਉਂ ਮਰੇ ਆ ਜੀ? ਕੀ ਕਾਰਨ ਸੀ? ਉਹਨੂੰ ਤੁਸੀਂ ਐਗਜ਼ਾਮਿਨ ਕਰੋ, ਉਸ ਦੀ ਤਹਿ ਤੱਕ ਜਾਓ। ਜੇ ਅਗਲਾ ਤੁਹਾਨੂੰ ਪ੍ਰੋਟੈਕਸ਼ਨ ਦੇ ਰਿਹਾ ਤੁਹਾਡੇ, ਔਰ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਤੁਹਾਡੇ ਸ਼ੀਸ਼ ਦਾ ਟੈਂਪਰੇਚਰ ਵੀ ਉਹ ਮੇਨਟੇਨ ਰੱਖੇਗੀ ਹੈਲਮਟ, ਜਿਹੜੀ ਪਗੜੀ ਨਹੀਂ ਰੱਖ ਸਕਦੀ, ਸਮਝੇ ਕਿ ਨਹੀਂ? ਤੋ ਐਸ ਕਿਸਮ ਦੀਆਂ ਗੱਲਾਂ ਕਰਨ ਦੀ ਜ਼ਰੂਰਤ ਨਹੀਂ। ਆਪਣੇ ਆਪ ਨੂੰ, ਕੌਮ ਨੂੰ ਸੇਫ ਵੀ ਰੱਖਣਾ, ਕੌਮ ਨੂੰ ਖਾਮਖਾ ਮੌਤ ਦੇ ਮੂੰਹ 'ਚ ਨਹੀਂ ਝੇਲਣਾ ਸੀ। ਤੋ ਉਸ ਦੇ ਵਿੱਚ ਸਾਡੀ ਮਰਿਆਦਾ ਵੀ ਇੰਟੈਕਟ ਹੈ, ਸਾਡੇ ਕੇਸ਼ਾਂ ਦੀ ਸੈਂਟੀਟੀ ਵੀ ਇੰਟੈਕਟ ਹੈ, ਸਾਡੀ ਦਸਤਾਰ ਵੀ ਇੰਟੈਕਟ ਹੈ, ਔਰ ਸਾਨੂੰ ਉਹ ਇਸ ਕਿਸਮ ਦੀ ਚੀਜ਼ ਪ੍ਰੋਟੈਕਟ ਕਰਦੀ ਆ। ਵੀ ਸ਼ੁੱਡ ਐਕਸੈਪਟ ਦੈਟ, ਮੇਰਾ ਇਹ ਕਹਿਣਾ ਹੈ। ਗਰੇਵਾਲ ਸਾਹਿਬ, ਗੁਰਚਰਨ ਗਰੇਵਾਲ ਜੀ। ਦੇਖੋ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਂ ਮਾਫੀ ਮੰਗ ਕੇ ਇਹਨਾਂ ਦੇ ਬਾਰੇ ਚ 2 ਸ਼ਬਦ ਕਹੇ ਆ, ਮੇਰੇ ਲਈ ਸਤਿਕਾਰਯੋਗ ਆ। ਕਹਿੰਦੇ ਗੁਰੂ ਨੇ ਦਿੱਤਾ ਬਹੁਤ ਕੁਛ ਆ, ਮੈਂ ਤਾਂ ਕਹਿੰਦਾ ਇਹ ਤੋਂ ਵੀ ਵੱਧ ਦਵੇ ਜੀ ਢਿੱਲੋਂ ਸਾਹਿਬ। ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਦਸਤਾਰ ਜਿਹੜੀ ਆ ਉਹ ਪ੍ਰੋਟੈਕਟ ਨਹੀਂ ਕਰਦੀਗੀ ਤੇ ਹੋਰ ਕੋਈ ਚੀਜ਼ ਪ੍ਰੋਟੈਕਟ ਕਰੇਗੀ, ਮਾਫ ਕਰਨਾ, ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ। ਤੁਸੀਂ ਢਾਲ ਦੀ ਗੱਲ ਕੀਤੀ ਆ, ਤੁਸੀਂ ਵੱਡੇ ਵੱਡੇ ਵਿਦਵਾਨ ਹੋ, ਇੱਕ ਚੀਜ਼ ਨੂੰ ਜਸਟੀਫਾਈ, ਗਲਤ ਗੱਲ ਨੂੰ ਜਸਟੀਫਾਈ ਕਰਨ ਲਈ ਤੁਸੀਂ ਗਲਤ ਦੇ ਰਹੇ ਹੋ। ਜਿਹੜੀ ਢਾਲ ਆ, ਢਾਲ ਇੱਕ ਜੰਗੀ ਹਥਿਆਰ ਹੈ। ਇਹ ਹਥਿਆਰ ਅੱਜ ਦਾ ਨਹੀਂ, ਅੱਜ ਤੋਂ ਕਈ 100 ਸੈਂਕੜੇ ਸਾਲ ਪਹਿਲਾਂ ਦਾ ਹਥਿਆਰ ਹੈ। ਲੜਾਈ ਦੇ ਵਿੱਚ, ਜੰਗ ਦੇ ਵਿੱਚ ਢਾਲ ਕਾਹਦੇ ਵਾਸਤੇ ਹੁੰਦੀ ਹੈ? ਜਿਹੜੇ ਚੱਕਰ ਨੇ, ਉਹ ਚੱਕਰ ਜਿਹੜੇ ਦਸਤਾਰਾਂ ਤੇ ਸਜਾਏ ਜਾਂਦੇ ਆ, ਉਹ ਚੱਕਰ ਉਸ ਦਸਤਾਰਾਂ ਦੀ ਸ਼ਾਨ ਹੈ। ਇਹਨਾਂ ਗੱਲਾਂ ਨੂੰ ਤੁਸੀਂ ਗਲਤ ਡਿਫੈਂਡ ਨਾ ਕਰੋ। ਤੁਹਾਡਾ ਆਪਣੇ ਮਨ ਦਾ ਵਿਚਾਰ ਆ, ਤੁਸੀਂ ਰੱਖੋ, ਪਰ ਇਹਨੂੰ ਜਸਟੀਫਾਈ ਨਾ ਕਰੋ ਕਿਰਪਾ ਕਰਕੇ। ਢਿੱਲੋਂ ਸਾਹਿਬ, ਤੁਸੀਂ ਸਿੱਖ ਹਿਸਟੋਰੀਅਨ ਹੋ, ਜੇ ਤੁਸੀਂ ਇਹ ਗੱਲ ਕਹੋਗੇ ਕਿ ਦਸਤਾਰ ਨਹੀਂ ਬਚਾ ਸਕਦੀ,
ਦਸਤਾਰ ਗੁਰੂ ਦੀ ਦਿੱਤੀ ਦੇਣ ਹੈ, ਗੁਰੂ ਦੀ ਇੱਕ ਦਿੱਤੀ ਸ਼ਕਤੀ ਆ, ਇਹ ਇੱਕ ਸਪਿਰਿਟ ਹੈ। ਇਹ ਸਪਿਰਿਟ ਨਾਲ ਸਿੱਖ ਲੜਦਾ ਵਾ। ਜਿਹੜੇ ਤੁਸੀਂ ਚਾਈਨਾ ਦੇ ਬਾਰਡਰ ਦੀ ਗੱਲ ਕਰਦੇ ਹੋ, ਉਸ ਦੇ ਵਾਸਤੇ ਬਰਫ਼ ਦੇ ਵਿੱਚ ਬਰਫ਼ ਦਾ ਮੁਕਾਬਲਾ ਕਰਨ ਲਈ ਹੈਲਮਟ ਨਹੀਂ ਬਚੇਗਾ, ਹੋਰ ਬੜੇ ਸਾਧਨ ਨੇ ਜਿਹੜੇ ਸਾਧਨਾਂ ਨਾਲ ਅਸੀਂ ਬਚਾ ਸਕਦੇ ਹਾਂ। ਤੋ ਇਸ ਕਰਕੇ ਜਿਹੜਾ ਬੁਨਿਆਦ ਹੈ, ਇਹ ਸਿੱਖਾਂ ਦੀ ਬੁਨਿਆਦੀ ਗੱਲ ਹੈ। ਇਹ ਜੋ ਪਿਛਲੇ ਸਮੇਂ 'ਚ ਭਾਈ ਰਣਧੀਰ ਸਿੰਘ ਇੱਕ ਆਮ ਵਿਅਕਤੀ ਨਹੀਂ ਸਨ ਜਿਨ੍ਹਾਂ ਨੇ ਇਸ ਲਈ ਕਿਤਾਬ ਲਿਖੀ ਆ। ਸਿੱਖਾਂ ਨੇ ਇਸ ਗੱਲ ਲਈ ਕੋਰਟ ਮਾਰਸ਼ਲ ਚੱਲਿਆ, ਅੰਗਰੇਜ਼ਾਂ ਨੇ ਉਹਨੂੰ ਦੁਬਾਰਾ ਵਾਪਸ ਲਿਆ। ਇਹ ਚੀਜ਼ਾਂ ਜੇ ਕੀਤੀਆਂ ਤਾਂ ਸਿੱਖਾਂ ਨੇ ਆਪਣੀ ਮਰਜ਼ਾਦਾ ਨੂੰ ਲੈ ਕੇ ਕੀਤੀਆਂ। ਇਹ ਸਾਡੇ ਮਾਣ ਦੀ ਗੱਲ ਆ। ਜੇ ਅਸੀਂ ਅੱਜ ਅਸਲ ਦੇ ਵਿੱਚ ਗਰੇਵਾਲ ਸਾਹਿਬ, ਮੈਨੂੰ ਇਹ ਲੱਗਦਾ ਵੀ ਬਹੁਤ ਲੋਕ ਐਸੇ ਨੇ ਜਿਹੜੇ ਮੰਨਦੇ ਨੇ ਤੇ ਉਹ ਕਿਸੇ ਵੀ ਹਾਲਤ 'ਚ ਨਹੀਂ ਕਰਦੇ, ਉਹਦੀਆਂ ਉਦਾਹਰਨਾਂ ਵੀ ਬਣ ਜਾਂਦੀਆਂ। ਬਹੁਤ ਲੋਕ ਐਸੇ ਨੇ ਜਿਹੜੇ ਵਰਤਦੇ ਵੀ ਨੇ, ਜਿਵੇਂ ਕ੍ਰਿਕਟ ਦੀ ਉਦਾਹਰਨ ਦਿੱਤੀ ਹੈ। ਕ੍ਰਿਕਟ ਜਿਹੜੇ ਖੇਡਦੇ ਨੇ ਉਹਨਾਂ ਨੂੰ ਬਤੌਰ ਸਿੱਖ ਜੇ ਉਹ ਕੋਈ ਉਹਨਾਂ ਦੀ ਉਪਲਬਧੀ ਹੁੰਦੀ ਹੈ, ਆਪਣੇ ਇੱਕ ਬੋਲਰ ਨੇ ਜਿਹੜੇ ਕ੍ਰਿਕਟਰ ਪਿਛਲੇ ਦਿਨੀ ਉਹਨਾਂ ਨੇ ਕਾਫੀ ਵਿਕਟਾਂ ਲਈਆਂ ਤੇ ਉਸ ਤੋਂ ਬਾਅਦ ਉਹਨਾਂ ਦੀ ਬੜੀ ਤਾਰੀਫ ਹੋਈ ਸਿੱਖੀ ਦੇ ਨਾਮ ਤੇ, ਬਹੁਤ ਉਹਨਾਂ ਤੇ ਪ੍ਰਾਊਡ ਫੀਲ ਕੀਤਾ ਗਿਆ। ਉਹ ਹੈਲਮਟ ਪਾਉਂਦੇ ਨੇ ਜਦੋਂ ਕ੍ਰਿਕਟ ਖੇਡਦੇ ਨੇ ਤਾਂ ਪਾ ਲੈਂਦੇ ਨੇ। ਸੋ ਗੱਲ ਇਹ ਹੈ ਵੀ ਬਹੁਤ ਲੋਕ ਮੰਨਦੇ ਨੇ, ਬਹੁਤ ਨਹੀਂ ਇਤਰਾਜ਼ ਨਹੀਂ ਕਰਦੇ। ਅਸੀਂ ਮੁੜ ਤੋਂ ਇਹ ਗੱਲ ਕਹੀ ਆ ਕਿ ਜਿਹੜੇ ਹੈਲਮਟ ਪਾ ਰਹੇ ਨੇ, ਮੈਂ ਉਹ ਕਿਉਂ ਪਾ ਰਹੇ ਨੇ, ਉਹਨਾਂ ਦੇ ਕਿਉਂ ਨਹੀਂ ਪਾਉਣਾ, ਇਹ ਵਿਵਾਦ 'ਚ ਨਹੀਂ ਮੈਂ ਪੈ ਰਿਹਾ। ਮੈਂ ਇਹ ਕਹਿ ਰਿਹਾ ਕਿ ਕਾਨੂੰਨ ਬਣ ਰਿਹਾ ਕਿ ਸਿੱਖ ਦੇ ਸਿਰ ਤੇ ਹੈਲਮਟ ਪਏਗਾ। ਇਹ ਪੁਰਾਣਾ ਹਿਸਟਰੀ ਜਿਹੜੀ ਆ ਮੈਂ ਉਹ ਤੁਹਾਨੂੰ ਚੁੱਕ ਕੇ ਦੱਸੀ ਆ, ਜਿਹੜੀ 1916 ਦੀ ਜਾਂ ਉਦੋਂ ਬਾਅਦ ਦੀ, ਇਹ ਉਹ ਵੀ ਸਿੱਖੀ ਮੈਂ ਕਾਨੂੰਨ ਬਾਰੇ ਇੱਕ ਸੈਕਿੰਡ, ਠੀਕ ਹੈ। ਮੈਂ ਗਰੇਵਾਲ ਸਾਹਿਬ, ਮਾੜੀ ਜੀ ਹਰਜੀਤ ਗਰੇਵਾਲ ਜੀ, ਮਾੜੀ ਜੀ ਇਹਦੇ ਬਾਰੇ ਕਲੈਰਿਟੀ ਦੇ ਦਿਓ। ਇੱਕ ਕੰਪਲਸਰੀ ਹੋ ਰਿਹਾ ਕਿ ਨਹੀਂ ਹੋ ਰਿਹਾ ਜਾਂ ਆਪਸ਼ਨਲ ਹੈ? ਇੱਕ ਮਿੰਟ ਜੀ, ਇੱਕ ਮਿੰਟ। ਦੇਖੋ ਅਸੀਂ ਵੀ ਇਹੀ ਕਹਿਣ ਵਾਲੇ ਹਾਂ ਜੀ ਕਿ ਪਹਿਲੀ ਗੱਲ ਤਾਂ ਇਹ ਆ ਵੀ ਜਿਹਦੀ ਇੱਛਾ ਹੋਵੇ, ਠੀਕ ਹੈ, ਉਹ ਇਸ ਨੂੰ ਪਹਿਨ ਲਵੇ। ਜਿਹਦੀ ਇੱਛਾ ਨਾ ਹੋਵੇ ਉਹ ਨਾ ਪਹਿਨੇ। ਹਾਕੀ ਦੀ ਟੀਮ ਦੇ ਵਿੱਚ ਜਿਹੜਾ ਗੋਲਕੀਪਰ ਆ, ਜੇ ਗਰੇਵਾਲ ਸਾਹਿਬ ਨੇ ਕਦੇ ਹਾਕੀ ਖੇਲਦੇ ਦੇਖਿਆ ਹੋਵੇ ਤਾਂ ਉਹਦੇ ਬਾਕਾਇਦਾ ਪੂਰਨ ਉਹਦੇ ਤੇ ਹੈਲਮਟ ਦਿੱਤੀ ਜਾਂਦੀ ਆ ਤਾਂ ਕਿ ਉਸ ਨੂੰ ਕਿਸੇ ਕਿਸਮ ਦੀ ਇੰਜਰੀ ਨਾ ਆਵੇ ਜਿਹਦੇ ਨਾਲ ਉਹਦੀ ਕੋਈ ਮਤਲਬ ਉਹਨੂੰ ਨੁਕਸਾਨ ਹੋ ਜੇ। ਤਾਂ ਜੇ ਕੋਈ ਸਿੱਖ ਗੋਲਕੀਪਰ ਆ ਤਾਂ ਉਹ ਨੰਗੇ ਧਾੜੀ ਉੱਥੇ ਖੜਾ ਹੋ ਜਾਊਗਾ ਗੋਲ ਦੇ ਵਿੱਚ? ਮੈਨੂੰ ਪੁੱਛੋ ਗਰੇਵਾਲ ਸਾਹਿਬ ਨੂੰ ਜ਼ਰਾ ਪੁੱਛੋ। ਗਰੇਵਾਲ ਸਾਹਿਬ ਜਵਾਬ ਦੇ ਦਿਓ। ਮੈਂ ਹਰਜੀਤ ਗਰੇਵਾਲ ਜੀ ਤੁਹਾਡੇ ਕੋਲ ਦੁਬਾਰਾ ਆ ਰਿਹਾ। ਤੁਸੀਂ ਮੈਨੂੰ ਕਿਹਾ ਵੀ ਹਾਕੀ ਖੇਡਦੇ ਦੇਖਿਆ ਨਹੀਂ, ਮੈਂ ਬਹੁਤ ਕੁਝ ਦੇਖਿਆ ਜੀ, ਸਾਰੀਆਂ ਖੇਡਾਂ ਦੇਖੀਆਂ ਖੇਡਦਿਆਂ ਹੋਇਆ। ਜਿਹੜੇ ਸਿੱਖ ਕਈ ਜਿਹੜੇ ਸਿੱਖ ਕੱਟੜ ਹੈਗੇ ਨੇ, ਉਹ ਇਸ ਹੈਲਮਟ ਦਾ ਬਦਲ ਉਹਨਾਂ ਕੋਲ ਹੈਗਾ। ਉਹ ਇੱਕ ਬਦਲ ਹੁੰਦਾ, ਉਹ ਮੂਹਰਲੇ ਪਾਸੇ ਏਦਾਂ ਉਹ ਸਪੰਜ ਦਾ ਬਣਿਆ ਹੁੰਦਾ, ਉਹਨੂੰ ਇੱਥਾ ਪਿੱਛੇ ਕਰਕੇ ਬੰਨ ਲੈਂਦੇ ਆ। ਹਰ ਚੀਜ਼ ਦਾ ਹੱਲ ਹੈਗਾ। ਪਰ ਮੈਂ ਫੇਰ ਕਿਹਾ, ਮੈਂ ਇਸ ਵਿਵਾਦ 'ਚ ਨਹੀਂ ਹੈਗਾ ਕਿ ਕ੍ਰਿਕਟਰ ਹੈਲਮਟ ਪਾਉਂਦਾ, ਗੋਲਕੀਪਰ ਹੈਲਮਟ ਪਾਉਂਦਾ। ਜਿਹੜੀ ਸਿੱਖੀ ਦੀ ਬੁਨਿਆਦੀ ਮਰਜ਼ਾਦਾ, ਮੈਂ ਉਹਦੀ ਗੱਲ ਕਰਦਾ। ਉਸ ਗੱਲ ਕਰਕੇ ਠੀਕ ਹੈ, ਚਲੋ ਸ਼ਾਇਦ ਕੁਝ ਟੈਕਨੀਕਲ ਪ੍ਰੋਬਲਮ ਹੈ, ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਾਂਗੇ ਗੁਰਚਰਨ ਗਰੇਵਾਲ ਜੀ ਨੂੰ। ਹਰਜੀਤ ਗਰੇਵਾਲ ਜੀ, ਤੁਸੀਂ ਆਪਣੀ ਗੱਲ ਪੂਰੀ ਕਰੋ, ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ। ਗੱਲ ਇਹ ਹੈ ਜੀ ਕਿ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਵੀ ਇਹੀ ਆਪਸ਼ਨਲ ਹੋਣੀਆਂ ਨਹੀਂ ਚਾਹੀਦੀਆਂ ਕਿ ਇਸ ਨੂੰ ਥੋਪਿਆ ਨਾ ਜਾਵੇ ਜਾਂ ਇੱਕ ਮੁਸ਼ਤ ਐਸਾ ਫੈਸਲਾ ਨਾ ਲਾਗੂ ਕੀਤਾ ਜਾਵੇ ਜਿਹੜਾ 14 ਵਾਲੇ ਜਿਹਨੇ ਨਹੀਂ। ਅਸੀਂ ਵੀ ਜਿਹੜੇ ਡਿਫੈਂਸ ਮਿਨਿਸਟਰ ਨੇ ਸਾਡੇ, ਉਹਨਾਂ ਨੂੰ ਇਹੀ ਪ੍ਰਾਰਥਨਾ ਕਰਨੀ ਹੈ ਮਿਲ ਕੇ ਸਾਰਿਆਂ ਨੇ ਕਿ ਜਿਹੜਾ ਇਹਨੂੰ ਪਾਉਣਾ ਚਾਹੁੰਦਾ ਹੋਵੇ ਆਪਣੀ ਸੁਰੱਖਿਆ ਕਾਰਨਾਂ ਕਰਕੇ ਉਹ ਇਸਤੇਮਾਲ ਕਰੇ, ਕਿਸੇ ਲਈ ਕੰਪਲਸਰੀ ਨਾ ਹੋਵੇ, ਤਾਂ ਕਿ ਸਾਡੇ ਜਿਹੜੀ ਕੌਮ ਆ ਉਸ ਦੀ ਭਾਵਨਾ ਨੂੰ ਠੇਸ ਜਿਹੜੀ ਲੱਗਣ ਦੀ ਗੱਲ ਕੀਤੀ ਗਈ ਆ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਗਈ ਤੇ ਉਹ ਉਹਨਾਂ ਨੇ ਕੀਤੀ ਹੈ ਕਿਸ ਨਜ਼ਰੀਏ ਨਾਲ ਕੀਤੀ ਆ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਲੱਗੇ, ਕਿਉਂਕਿ ਸਾਡੇ ਪ੍ਰਧਾਨ ਮੰਤਰੀ ਜੀ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਆ। ਸਰਕਾਰ ਦੇ ਬਾਰੇ ਗਲਤ ਭਾਵਨਾ ਨਾ ਜਾਵੇ ਔਰ ਉਹਨਾਂ ਦੀ ਜਿਹੜੀ ਫਾਈਟਿੰਗ ਸਪਿਰਿਟ ਆ, ਜਿਹੜਾ ਕੰਟਰੀ ਦੇ ਲਈ ਉਹ ਸੈਕਰੀਫਾਈਸਸ ਕਰਦੇ ਆ, ਉਸ ਦੇ ਵਿੱਚ ਵੀ ਕੋਈ ਕਮੀ ਨਾ ਆਵੇ, ਕਿਉਂਕਿ ਸਿੱਖ ਜਿਹੜੇ ਆ ਬਹੁਤ ਸੰਵੇਦਨਸ਼ੀਲ ਵੀ ਹੈ ਕੌਮ ਤੇ ਔਰ ਲੜਾਕੂ ਤਾਂ ਹੈ ਹੀ ਆ, ਉਹ ਤਾਂ ਗੁਰੂ ਦੀ ਬਖਸ਼ਿਸ਼ ਆ ਤੇ ਇਸ ਕਰਕੇ ਉਹ ਸਾਰੀ ਭਾਵਨਾ ਉਸੇ ਤਰ੍ਹਾਂ ਬਣੀ ਰਹੇ ਔਰ ਦੇਸ਼ ਵਿੱਚ ਸਾਡੀ ਆਰਮੀ ਵੀ ਕੰਮ ਕਰਦੀ ਰਹੇ ਔਰ ਜਿਹੜੇ ਸਿੱਖ ਉਹਦੇ 'ਚ ਕੰਮ ਕਰਦੇ ਆ ਉਹ ਵੀ ਕਰਦੇ ਰਹਿਣ ਤੇ ਜੇ ਸੁਰੱਖਿਆ ਕਾਰਨਾਂ ਕਰਕੇ ਉਹ ਸਮਝਦੇ ਹੋਣ
ਤਾਂ ਉਹਨਾਂ ਨੂੰ ਉਹਦੀ ਛੋਟ ਦੇ ਜੀ। ਦਿੱਤੀ ਜਾਵੇ ਕਿ ਵੀ ਤੁਸੀਂ ਇਸਤੇਮਾਲ ਕਰਨਾ ਤੇ ਇਸ ਨੂੰ ਕਰ ਲਓ, ਕਿਉਂਕਿ ਉਹ ਉੱਥੇ ਜਿਹੜੀ ਸਰਦੀ ਆ ਨਾ, ਜੋ ਢਿੱਲੋਂ ਸਾਹਿਬ ਵੀ ਕਹਿ ਰਹੇ ਸੀ, ਉਹ ਸਰਦੀ ਦਾ ਅਹਿਸਾਸ ਉਹਨਾਂ ਨੂੰ ਹੋਏਗਾ ਜ਼ਰੂਰ ਉੱਥੇ, ਔਰ ਜੇ ਉਹਨਾਂ ਨੂੰ ਪ੍ਰੋਟੈਕਸ਼ਨ ਹੋਏਗੀ ਤੇ ਉਹ ਆਪਣੇ ਆਪ ਇਸਤੇਮਾਲ ਕਰ ਲੈਣਗੇ, ਜੇ ਨਹੀਂ ਹੋਏਗੀ ਨਹੀਂ ਕਰਨਾ ਚਾਹਣਗੇ ਤਾਂ ਨਹੀਂ ਕਰਨਗੇ, ਪਰ ਭਾਵਨਾਵਾਂ ਨੂੰ ਠੇਸ ਨਾ ਲੱਗੇ, ਅਸੀਂ ਇਹ ਚਾਹੁੰਦੇ ਆ। ਤੇ ਇਸੇ ਲਈ ਅਸੀਂ, ਕਿਉਂਕਿ ਕਈ ਵਾਰ ਕੀ ਆ ਕਿ ਬਿਨਾਂ ਗੱਲਬਾਤ ਤੋਂ ਕੁਝ ਲੋਕ ਬਦਨਾਮ ਕਰਨ ਲੱਗ ਜਾਂਦੇ ਆ ਸਾਡੀ ਸਰਕਾਰ ਨੂੰ ਵੀ ਤੇ ਸਾਡੀ ਆਰਮੀ ਨੂੰ ਵੀ, ਤੇ ਉਹ ਨਹੀਂ ਹੋਣਾ ਚਾਹੀਦਾ। ਅਸੀਂ ਤਾਂ ਇਸ ਕਰਕੇ ਇਹਦੇ 'ਚ ਨਾਲ ਖੜੇ ਆ, ਔਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਹਾ ਉਹਦਾ ਵੀ ਸਤਿਕਾਰ ਕਰਦੇ ਆ, ਜੋ ਸੁਝਾਅ ਢਿੱਲੋਂ ਸਾਹਿਬ ਨੇ ਦਿੱਤੇ ਆ ਉਹਦਾ ਵੀ ਸਤਿਕਾਰ ਕਰਦੇ ਆ, ਤੇ ਅਸੀਂ ਆਪਣੀ ਤਰਫੋਂ ਇਹ ਪ੍ਰਾਰਥਨਾ ਜ਼ਰੂਰ ਕਰਾਂਗੇ, ਮਿਲ ਕੇ ਗੱਲ ਕਰਾਂਗੇ, ਔਰ ਇਹ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ। ਔਰ ਇਹਨੂੰ ਸਾਨੂੰ ਬਹੁਤਾ ਤੂਲ ਵੀ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਆਰਮੀ ਜਿਹੜੀ ਹੈ ਨਾ ਉਹ ਦੇਸ਼ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਸਾਡੇ ਲਈ ਵੀ ਹੈ, ਸਾਡੀ ਸੁਰੱਖਿਆ ਲਈ ਹੈ। ਗਰੇਵਾਲ ਸਾਹਿਬ, ਆਪਾਂ ਤੇ ਦੇਖੋ ਪਹਿਲੂ ਸਾਰੇ ਵਿਚਾਰਨੇ ਚਾਹੀਦੇ ਆ। ਜੇ ਕਿਸੇ ਚੀਜ਼ ਨੂੰ ਤਕਨੀਕੀ ਪੱਖ ਦੇ ਨਾਲ ਸਾਹਮਣੇ ਰੱਖਿਆ ਗਿਆ ਤਾਂ ਉਸ ਨੂੰ ਵਿਚਾਰਨ 'ਚ ਕੀ ਹਰਜ ਹੈ? ਉਹ ਕੋਈ ਲੜਾਈ ਤੇ ਹੈ ਨਹੀਂਗੀ। ਜੇ ਕੋਈ ਠੀਕ ਪੁਆਇੰਟ ਹੈ, ਕੋਈ ਗਲਤ ਪੁਆਇੰਟ ਹੈ ਤਾਂ ਗਲਤ ਤੇ ਸਵਾਲ ਚੱਕੇ ਜਾ ਸਕਦੇ ਆ, ਠੀਕ ਨੂੰ ਦਰੁਸਤ ਕਿਹਾ ਜਾ ਸਕਦਾ। ਇਸ ਦੇ ਵਿੱਚ ਤੇ ਕੋਈ ਐਡੀ ਤੇ ਗੱਲ ਹੈ ਹੀ ਨਹੀਂ। ਬਿਲਕੁਲ ਠੀਕ ਆ, ਪਰ ਮੈਂ ਜੀ ਇੱਕ ਚੀਜ਼ ਇੱਕ ਚੀਜ਼ ਮੈਂ ਕਲੈਰੀਫਾਈ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਔਰ ਸਾਡੇ ਪ੍ਰਧਾਨ ਮੰਤਰੀ ਜੀ ਔਰ ਸਾਡੇ ਰੱਖਿਆ ਮੰਤਰੀ ਵੀ ਉਹ ਸਿੱਖਾਂ ਦੀਆਂ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦੇ ਆ ਔਰ ਉਹਨਾਂ ਦਾ ਸਨਮਾਨ ਕਰਦੇ ਆ, ਤੇ ਉਹਦੇ 'ਚ ਕੋਈ ਵੀ ਉਹਨਾਂ ਨੂੰ ਠੇਸ ਨਾ ਲੱਗੇ, ਇਹਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਔਰ ਉਸ ਦਾ ਸਤਿਕਾਰ ਤੇ ਸਨਮਾਨ ਕੀਤਾ ਜਾਊਗਾ। ਇਹ ਤੋਂ ਅਸ਼ੋਰ ਹੋਣਾ ਚਾਹੀਦਾ ਸਾਰਿਆਂ ਨੂੰ, ਪੰਜਾਬੀਆਂ ਨੂੰ ਔਰ ਸਿੱਖਾਂ ਨੂੰ। ਠੀਕ ਹੈ ਢਿੱਲੋਂ ਸਾਹਿਬ, ਤੁਸੀਂ ਵੀ ਸਮਝਦੇ ਹੋ ਜਿਹੜੀ ਆਪਸ਼ਨ ਵਾਲੀ ਗੱਲ ਕੀਤੀ ਹੈ ਕਿ ਜੋ ਵੀ ਫੈਸਲਾ ਹੋਵੇ, ਚਲੋ ਜੋ ਵੀ ਤਕਨੀਕੀ ਉਸ ਦੇ ਵਿੱਚ ਤਰਕ ਜੋ ਤੁਸੀਂ ਦੇ ਰਹੇ ਹੋ, ਜੇ ਜਿਸਨੇ ਨਹੀਂ ਪਾਉਣਾ, ਜਿਸ ਦੀਆਂ ਰਿਲੀਜੀਅਸ ਭਾਵਨਾਵਾਂ ਨੇ, ਜਿਸ ਦੀਆਂ ਧਾਰਮਿਕ ਭਾਵਨਾਵਾਂ ਨੇ, ਜੇ ਉਸ ਨੂੰ ਫੀਲ ਹੁੰਦਾ ਕਿ ਮੈਂ ਨਹੀਂ ਪਾਉਣਾ ਤਾਂ ਫਿਰ ਉਸ ਤੇ ਕੰਪਲਸਰੀ ਨਹੀਂ ਹੋਣਾ ਚਾਹੀਦਾ। ਦੇਖੋ, ਜਿਹੜਾ ਆਰਮੀ ਦਾ ਇੱਕ ਡਿਸਪਲਿਨ ਹੁੰਦਾ, ਪੁਲਿਸ ਦਾ ਇੱਕ ਡਿਸਪਲਿਨ ਹੁੰਦਾ, ਯੂਨੀਫਾਰਮ ਹੁੰਦੀ ਆ ਉਹਦੀ। ਯੂਨੀਫਾਰਮ ਦਾ ਮਤਲਬ ਸਾਰਿਆਂ ਲਈ ਇੱਕੋ ਚੀਜ਼ ਜੀ, ਉਸ ਦੇ ਚ ਤੁਸੀਂ ਇੱਕ ਸੈਪਰੇਸ਼ਨ ਨਹੀਂ ਕਰ ਸਕਦੇ। ਇਹ ਬੇਸਿਕ ਫੰਡਾਮੈਂਟਲ ਆ ਕਿਸੇ ਵੀ ਡਿਸਪਲਿਨਡ ਫੋਰਸ ਦਾ, ਚਾਹੇ ਉਹ ਪੁਲਿਸ ਆ, ਚਾਹੇ ਫੌਜ ਆ, 에ਅਰ ਫੋਰਸ ਆ, ਨੇਵੀ, ਵਟਐਵਰ, ਉਹ ਯੂਨੀਫਾਰਮ ਉਹਨਾਂ ਦੀ ਹੁੰਦੀ ਆ, ਤਾਂ ਉਸ ਯੂਨੀਫਾਰਮ ਦੀ ਆਬਜ਼ਰਵੈਂਸ ਕਰਨੀ ਪਏਗੀ ਇਨ ਏ ਡਿਸਪਲਿਨਡ ਫੋਰਸ। तो इस किस्म की तुसी ऑप्शंस नहीं दे सकते। आ स्कूलों कॉलेजों दे विच भी यूनीफॉर्म तो तुसी कहना चाह रहे हो या होएगा या नहीं होएगा? बच्चा कहे भी मैं तां जी इत्थे स्कर्ट पाउणी आ, यस दैट्स इट, पर ਇਹ ਗੱਲ एंगल मेरा कहण दा मतलब ਇਹ ਆ ਵੀ ਸਿੱਖਾਂ ਦੀ ਜਾਨ ਜਿਹੜੀ ਆ ਉਹ ਮੈਨੂੰ ਬਹੁਤ ਪਿਆਰੀ ਆ। ਸਿੱਖਾਂ ਨੂੰ ਕੋਈ ਇੰਜਰੀ ਹੁੰਦੀ ਆ, ਸਿੱਖ ਨੂੰ ਕੋਈ ਫੈਟੈਲਿਟੀ ਹੁੰਦੀ ਆ, ਉਹ ਮੈਨੂੰ ਬੜਾ ਦੁੱਖ ਦਿੰਦਾ ਹੈ ਇਸ ਗੱਲ। ਮੈਂ ਕਦੇ ਇਹ ਗੱਲ ਨਹੀਂ ਸੋਚ ਸਕਦਾ ਵੀ ਸਿੱਖ ਆਪਣੇ ਕਕਾਰਾਂ ਦੀ, ਸਿੱਖ ਕੇਸ਼ਾਂ ਦੀ ਬੇਅਦਬੀ ਕਰਨ, ਸਿੱਖ ਆਪਣੀ ਦਸਤਾਰ ਦੀ ਬੇਅਦਬੀ ਕਰਨ। ਇਹ ਜਿਹੜੀ ਹੈਲਮਟ ਆ ਇਹ ਤਾਂ ਦੋਨਾਂ ਨੂੰ ਪ੍ਰੋਟੈਕਟ ਕਰਦੀ ਆ, ਦੋਨਾਂ ਨੂੰ ਇੰਟੈਕਟ ਰੱਖਦੀ ਆ। ਕਿਸੇ ਵੀ ਕੀਮਤ ਦੇ ਉੱਤੇ ਕੇਸ਼ਾਂ ਦੀ ਬੇਅਦਬੀ ਨਹੀਂ, ਦਸਤਾਰ ਦੀ ਕਿਸੇ ਕਿਸਮ ਦੀ ਬੇਅਦਬੀ ਨਹੀਂ। ਤਾਂ ਕਿਉਂ, ਜੇ ਉਹ ਪ੍ਰੋਟੈਕਟ ਕਰਦੀ ਆ ਸਾਡੇ ਸਰੀਰ ਨੂੰ, ਸਾਡੀ ਜਾਨ ਨੂੰ, ਤਾਂ ਵਾਈ ਨਾਟ, ਕਿਉਂ ਨਹੀਂ। ਗੁਰਚਰਨ ਗਰੇਵਾਲ ਜੀ, ਦੇਖੋ ਮੈਂ ਬਾਰ-ਬਾਰ ਢਿੱਲੋਂ ਸਾਹਿਬ ਤੇ ਕੋਈ ਟਿੱਪਣੀ ਕਰਾਂ, ਮੈਨੂੰ ਲੱਗਦਾ ਮੈਂ ਆਪ ਹੀ ਸ਼ਰਮਿੰਦਾ ਹੋਊਗਾ ਕਿ ਢਿੱਲੋਂ ਸਾਹਿਬ ਨੇ ਇੱਕ ਗਲਤ ਗੱਲ ਨੂੰ ਜਸਟੀਫਾਈ ਕਰ ਲਿਆ। ਚਲੋ ਮੈਂ ਆਖਰੀ ਕਮੈਂਟਸ ਹੀ ਲੈਣੇ ਆਪਣੇ ਕੋਲੇ, ਅਖੀਰਲੇ 2-3 ਮਿੰਟ। ਮੇਰੀ ਬੇਨਤੀ ਸੁਣ, ਮੈਂ ਉਹੀ ਗੱਲ ਕਰਦਾ, ਮੈਂ ਬੇਨਤੀ ਕਰਾਂਗਾ ਕਿ ਹੁਣੇ ਹੈਲਮਟ ਪਾ ਕੇ ਜੇ ਬਾਹਰ ਜਾਇਆ ਕਰਨ, ਕਿ ਕੋਈ ਸੜਕ ਤੇ ਵੀ ਕਿਸ ਤਰ੍ਹਾਂ ਦੀ ਦੁਰਘਟਨਾ ਹੋ ਸਕਦੀ ਆ, ਹੋਰ ਵੀ ਠੰਡ ਦਾ ਮੌਸਮ ਹੈ। ਮੈਂ ਇਸ ਗੱਲ ਨੂੰ ਛੱਡਦਾ, ਮੈਂ ਕਹਿੰਦਾ ਵੀ ਮੈਂ ਨੈਗੇਟਿਵਿਟੀ ਚ ਆਉਣਾ ਨਹੀਂ ਚਾਹੁੰਦਾ। ਮੈਂ ਧੰਨਵਾਦ ਕਰਦਾ, ਬੜੀ ਦੇਰ ਬਾਅਦ ਇੱਕ ਡਿਬੇਟ ਦੇ ਅੰਦਰ, ਤੁਹਾਡੀ ਇਸ ਚੈਨਲ ਦੀ ਡਿਬੇਟ ਦੇ ਅੰਦਰ, ਇੱਕ ਬੀਜੇਪੀ ਦੇ ਲੀਡਰਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਦੇ ਪ੍ਰਤੀ ਇੱਕ ਬਹੁਤ ਸਹੀ ਵੇਦਨਾ ਜਿਹੜੀ ਆ ਪ੍ਰਗਟ ਕੀਤੀ ਗਈ। ਮੈਂ ਇਸੇ ਕਰਕੇ ਬਹੁਤ ਮਤਲਬ ਸਹੀ ਢੰਗ ਨਾਲ ਤੇ ਭਾਵਨਾ ਨਾਲ ਇੱਕ ਇਹਨਾਂ ਨੇ ਜਿਹੜੀ ਹੁਣ ਗੱਲ ਕੀਤੀ ਆ, ਬਹੁਤ ਵਧੀਆ ਗੱਲ ਕੀਤੀ ਹੈ। ਇਹਨਾਂ ਦੀ ਗੱਲ ਨੂੰ ਮੈਂ ਸੁਣਾਉਣਾ ਚਾਹੁੰਦਾ ਤੁਹਾਡੇ ਦੁਆਰਾ ਇਸ ਦੇਸ਼ ਦੇ ਲੋਕਾਂ ਨੂੰ ਤੇ ਇਸ ਦੇਸ਼ ਦੀ ਸਰਕਾਰ ਨੂੰ। ਇਹਨਾਂ ਨੇ ਕਿਹਾ ਕਿ ਜੇਕਰ ਖਾਲਸੇ ਦੀ ਸਪਿਰਿਟ ਨਹੀਂ ਰਹੇਗੀ ਤਾਂ ਦੇਸ਼ ਸੁਰੱਖਿਅਤ ਨਹੀਂ ਰਹੇਗਾ। ਸਭ ਤੋਂ ਵੱਡੀ ਗੱਲ ਇਹ ਆ ਕਿ ਹਰ ਰੋਜ਼ ਅਸੀਂ ਇੱਥੇ ਕੋਈ ਨਾ ਕੋਈ ਰੌਲਾ ਪਾਉਂਦੇ ਆ ਕਿ ਵੀਰਵਾਲ ਦਿਵਸ ਆ ਗਿਆ, ਇੱਥੇ
ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਗੱਲ ਆ ਗਈ, ਇੱਥੇ ਹੋਰ ਕੋਈ ਸਿੱਖਾਂ ਦਾ ਮਸਲਾ ਆ ਗਿਆ। ਹੈਲਮਟ ਦਾ ਨਾਮ ਵੀ ਵੀਰ ਬੈਲਿਸਟਿਕ ਹੈਲਮਟ ਹੈ। ਹੈਲਮਟ ਦਾ ਨਾਮ ਵੀ ਗੱਲ ਕਰਦਾ ਨਾ, ਵੀਰ ਬੈਲਿਸਟਿਕ ਹੈਲਮਟ ਹੈ। ਪਰ ਇੱਕ ਬੀਜੇਪੀ ਦੇ ਪਾਰਟੀ ਦੇ ਸਿੱਖ ਆਗੂ ਜਿਹੜੇ ਪੰਜਾਬ 'ਚ ਰਹਿੰਦੇ ਨੇ, ਉਹਨਾਂ ਨੇ ਇਹਦੀ ਭਾਵਨਾ ਨੂੰ ਸਹੀ ਤਰਜਮਾਨੀ ਕਰਦਿਆਂ ਕੀਤਾ ਕਿ ਇਹ ਜਿਹੜਾ ਦੇਸ਼ ਹੈ, ਦੇਸ਼ ਨੂੰ ਆਜ਼ਾਦ ਸਿੱਖਾਂ ਨੇ ਕਰਾਇਆ, ਆਪਣੇ ਸਿਰ ਦੇ ਕੇ ਕਰਾਇਆ। ਅੱਜ ਦੇਸ਼ ਦੀ ਆਜ਼ਾਦੀ ਬਹਾਲ ਜਿਹੜੀ ਆ ਉਹਦੇ 'ਚ ਮੈਂ ਕਿਸੇ ਫੌਜੀ ਨੂੰ ਤੋਹੀਨ ਨਹੀਂ ਕਰਦਾ, ਪਰ ਸਭ ਤੋਂ ਵੱਡਾ ਰੋਲ ਸਿੱਖਾਂ ਦਾ ਹੈ। ਉਹ ਬਿਲਕੁਲ ਸਹੀ ਗੱਲ ਕੀਤੀ ਆ ਕਿ ਸਿੱਖੀ ਦੀ ਸਪਿਰਟ ਨੂੰ ਨਾ ਮਾਰੋ। ਜੇ ਤੁਸੀਂ ਸਿੱਖੀ ਦੀ ਸਪਿਰਟ ਨੂੰ ਮਾਰੋਗੇ ਤਾਂ ਇਹ ਦੇਸ਼ ਪਤਨ ਵੱਲ ਜਾਵੇਗਾ। ਬਿਲਕੁਲ ਗਰੇਵਾਲ ਸਾਹਿਬ ਦੀ ਇਹ ਕਹੀ ਹੋਈ ਗੱਲ ਜਿਹੜੀ ਆ, ਮੈਂ ਇਹਦੀ ਦੁਬਾਰਾ ਜਿਵੇਂ ਕਹਿੰਦੇ ਨਾ ਵੀ ਮੈਂ ਪ੍ਰੌੜਤਾ ਕਰਦਾ ਕਿ ਜੇ ਖਾਲਸੇ ਦੀ ਸਪਿਰਟ ਨਹੀਂ ਰਹੇਗੀ ਤਾਂ ਦੇਸ਼ ਨੂੰ ਖਤਰਾ ਬਣੇਗਾ। ਇਹ ਗੱਲ ਜ਼ਰੂਰ ਸਾਨੂੰ ਸੋਚ ਲੈਣੀ ਚਾਹੀਦੀ ਹੈ ਜੀ। ਚਲੋ ਮੈਨੂੰ ਇਸੇ ਨੋਟ ਤੇ ਗੱਲਬਾਤ ਖਤਮ ਕਰਨੀ ਪਏਗੀ। ਮੇਰੀ ਕੋਸ਼ਿਸ਼ ਇਹੀ ਸੀ ਕਿ ਹਰ ਤਰੀਕੇ ਦਾ ਵਿਚਾਰ ਸਾਹਮਣੇ ਆਵੇ, ਕਿਉਂਕਿ ਕਦੇ ਵੀ ਇੱਕ ਤਰ੍ਹਾਂ ਦੇ ਵਿਚਾਰ ਨਹੀਂ ਹੁੰਦੇ। ਵਿਚਾਰਾਂ ਦੇ ਵਿੱਚ ਵਖਰੇਵੇਂ ਹੁੰਦੇ ਨੇ, ਪਰ ਤਰਕ ਦੇ ਨਾਲ ਜੇ ਉਹ ਵਖਰੇਵੇਂ ਜਿਹੜੇ ਨੇ ਉਹਨਾਂ ਨੂੰ ਐਕਸਪ੍ਰੈਸ ਕੀਤਾ ਜਾਵੇ ਤਾਂ ਫਿਰ ਜ਼ਿਆਦਾ ਵਧੀਆ ਰਹਿੰਦਾ ਹੈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਢਿੱਲੋਂ ਸਾਹਿਬ, ਗਰੇਵਾਲ ਸਾਹਿਬ, ਗੁਰਚਰਨ ਗਰੇਵਾਲ ਜੀ, ਹਰਜੀਤ ਗਰੇਵਾਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜੇ ਇਸ ਡਿਬੇਟ ਦੇ ਵਿੱਚ, ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੈ ਕਿ ਅਗਰ ਉਸ ਹੈਲਮਟ ਨੂੰ ਲਾਂਚ ਕੀਤਾ ਗਿਆ ਜਾਂ ਉਸਦੇ ਤਕਨੀਕੀ ਪੱਖ ਗਿਣਾਏ ਜਾ ਰਹੇ ਨੇ ਤਾਂ ਉਹ ਤਕਨੀਕੀ ਪਹਿਲੂ ਹਨ ਕੀ, ਕਿਉਂ ਉਸ ਨੂੰ ਲਿਆਂਦਾ ਗਿਆ ਔਰ ਉਸਦੇ ਪਿੱਛੇ ਮਕਸਦ ਕੀ ਹੈ, ਔਰ ਜੇ ਉਸ ਤੋਂ ਬਾਅਦ ਉਸ ਤੇ ਕੁਐਸਚਨ ਉੱਠੇ ਨੇ, ਸਵਾਲ ਉੱਠੇ ਨੇ, ਤਾਂ ਉਹ ਸਵਾਲ ਕਿਉਂ ਉੱਠੇ ਨੇ, ਉਸਦੇ ਪਿੱਛੇ ਧਾਰਮਿਕ ਭਾਵਨਾਵਾਂ ਕੀ ਕਹਿੰਦੀਆਂ ਨੇ। ਇਸ ਚੀਜ਼ ਨੂੰ ਵਿਚਾਰਨ ਦੀ ਬੜੀ ਜ਼ਰੂਰਤ ਵੀ ਹੈ ਔਰ ਅਸੀਂ ਕੋਸ਼ਿਸ਼ ਵੀ ਕੀਤੀ ਹੈ ਕਿ ਸਾਰੇ ਪੱਖ ਦਰਸ਼ਕਾਂ ਦੇ ਸਾਹਮਣੇ ਰੱਖ ਸਕੀਏ। ਫਿਲਹਾਲ ਅੱਜ ਦੀ ਡਿਬੇਟ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ, ਪਰ ਖਬਰਾਂ ਦਾ ਸਿਲਸਿਲਾ ਨਿਊਜ਼ 18 ਪੰਜਾਬ ਹਰਿਆਣਾ ਤੇ ਲਗਾਤਾਰ ਜਾਰੀ ਰਹੇਗਾ।